ਦ ਪੰਜਾਬ ਟਾਕਸ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਆ ਕਮਲਜੀਤ ਸਿੱਧੂ ਤੇ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਖਾਸ ਖਬਰ। ਤੇ ਖਾਸ ਖਬਰ ਦੇ ਵਿੱਚ ਗੱਲ ਕਰਾਂਗੇ ਚੋਣਾਂ ਨੂੰ ਲੈ ਕੇ, ਕਿਉਂਕਿ ਦੌਰ ਫੇਰ ਉਹੀ ਆ, ਚੋਣਾਂ ਦਾ ਚੱਲਦਾ ਪਿਆ ਆ। ਤੇ ਇਸ ਕਰਕੇ ਪਹਿਲੀ ਖਬਰ ਆ ਕਿ ਕਿੱਥੇ ਚੋਣ ਮੁਕਾਬਲੇ ਦਿਲਚਸਪ ਹੋ ਰਹੇ ਨੇ ਤੇ ਚੋਣ ਕਮਿਸ਼ਨ ਨੇ ਕੀ ਨੋਟੀਫਿਕੇਸ਼ਨ ਜਾਰੀ ਕੀਤਾ ਆ ਲੋਕ ਸਭਾ ਚੋਣਾਂ ਨੂੰ ਲੈ ਕੇ। ਤੇ ਕੱਲ੍ਹ ਹੀ ਭਾਜਪਾ ਗੱਠਜੋੜ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ ਹੈ, ਇਸ ਤੇ ਵਿਸਥਾਰਤ ਗੱਲ ਹੋਊਗੀ। ਤੇ RSS ਦੇ ਕਿਸਾਨੀ ਵਿੰਗ ਨੇ ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਲਈ ਫਿਰ ਗਲਤ ਬਿਆਨਬਾਜ਼ੀ ਦਾ ਸਹਾਰਾ ਲਿਆ। ਸਾਲ 1951 ਤੋਂ ਲੈ ਕੇ ਹੁਣ ਤੱਕ 71,000 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਆਖਰ ਇਹ ਰਾਸ਼ੀ ਜਿਹੜੀ ਹੈ, ਜਿਹੜਾ ਪੈਸਾ ਆ, ਇਹ ਕਿੱਥੇ ਜਾਂਦਾ ਹੈ, ਇਸ ਦੇ ਬਾਰੇ ਗੱਲਬਾਤ ਹੋਊਗੀ। ਪਹਿਲੀ ਖਬਰ ਵੱਲ ਆਉਂਦੇ ਹਾਂ ਜੀ। ਤਾਂ ਚੋਣ ਮੁਕਾਬਲੇ ਕਈ ਥਾਵਾਂ ਦੇ ਉੱਤੇ ਬੜੇ ਦਿਲਚਸਪ ਹੋ ਰਹੇ ਨੇ ਤੇ ਕਈ ਥਾਵਾਂ ਦੇ ਉੱਤੇ ਭਾਜਪਾਈ ਨਜ਼ਰਾਂ ਟਿਕਾ ਕੇ ਬੈਠੇ ਨੇ ਤੇ ਕਿਤੇ ਨਾ ਕਿਤੇ ਕੋਈ ਮੁਕਾਬਲਾ ਫਸਵਾਂ ਵੀ ਆ ਤੇ ਕੋਈ ਦਿਲਚਸਪੀ ਆ। ਦਿਲਚਸਪ ਮੁਕਾਬਲੇ ਦੀ ਗੱਲ ਕਰਾਂਗੇ ਜ਼ਿਲ੍ਹਾ ਫਰੀਦਕੋਟ ਤੋਂ। ਫਰੀਦਕੋਟ ਦੇ ਵਿੱਚ ਮੁਕਾਬਲਾ ਦਿਲਚਸਪ ਹੋ ਸਕਦਾ ਆ ਔਰ ਉੱਥੇ ਆਮੋ ਸਾਹਮਣੇ ਹੋ ਸਕਦੇ ਨੇ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ, ਯਾਨੀ ਆਪ ਤੇ ਭਾਜਪਾ ਆਮੋ ਸਾਹਮਣੇ ਹੋ ਸਕਦੇ ਨੇ ਔਰ ਦੋਨੇ ਹੀ ਕਲਾਕਾਰ ਨੇ। ਤਾਂ ਲੋਕ ਸਭਾ ਸੀਟ ਫਰੀਦਕੋਟ ਤੇ ਦਿਲਚਸਪ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ। ਸੀਟ ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਮਸ਼ਹੂਰ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਆ। ਦੂਜੇ ਪਾਸੇ ਭਾਜਪਾ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਹੰਸਰਾਜ ਹੰਸ ਨੂੰ ਉਮੀਦਵਾਰ ਐਲਾਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇ ਹੰਸਰਾਜ ਹੰਸ ਫਰੀਦਕੋਟ ਤੋਂ ਚੋਣ ਲੜਦੇ ਨੇ ਤਾਂ ਇੱਥੇ ਮੁਕਾਬਲਾ ਸਭ ਤੋਂ ਦਿਲਚਸਪ ਹੋਵੇਗਾ, ਕਿਉਂਕਿ ਮੁਹੰਮਦ ਸਦੀਕ ਨੇ ਵੀ ਕਾਂਗਰਸ ਹਾਈ ਕਮਾਂਡ ਕੋਲੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਯਾਨੀ ਕਿ ਸਦੀਕ ਸਾਹਿਬ ਵੀ ਆ ਗਏ, ਤੀਜਾ ਕਾਂਗਰਸ ਦਾ ਹੋਊਗਾ ਔਰ ਤਿੰਨੇ ਹੀ ਕਲਾਕਾਰ, ਤਿੰਨਾਂ ਦਾ ਜਿਹੜਾ ਸਬੰਧ ਗਾਇਕੀ ਦੇ ਨਾਲ ਔਰ ਕਰਮਜੀਤ ਦਾ ਫਿਲਮਾਂ ਨਾਲ ਵੀ ਆ, ਹੰਸਰਾਜ ਦਾ ਵੀ ਫਿਲਮਾਂ ਨਾਲ ਆ ਔਰ ਮੁਹੰਮਦ ਸਦੀਕ ਵੀ ਜ਼ਾਹਿਰ ਹੈ ਕਿ ਫਿਲਮਾਂ ਨਾਲ, ਯਾਨੀ ਕਿ ਦੋਨੇ ਇਹੋ ਜਿਹੇ ਗਾਇਕ ਨੇ ਜਿਨ੍ਹਾਂ ਦਾ ਫਿਲਮਾਂ ਨਾਲ ਵੀ ਸਬੰਧ ਹੈ ਔਰ ਤਿੰਨੇ ਯਾਨੀ ਕਿ ਕਲਾਕਾਰ ਗਾਇਕ ਆਪਸ ਦੇ ਵਿੱਚ ਉੱਥੇ ਟਕਰਾਉਣਗੇ। ਤੇ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ MP ਵੀ ਹਨ ਮੁਹੰਮਦ ਸਦੀਕ ਔਰ ਸੂਤਰਾਂ ਮੁਤਾਬਕ ਭਾਜਪਾ ਕੋਲੇ ਫਰੀਦਕੋਟ ਲੋਕ ਸਭਾ ਹਲਕੇ ਲਈ ਸਥਾਨਕ ਉਮੀਦਵਾਰ ਨਹੀਂ ਹੈ, ਇਸ ਲਈ ਹੰਸਰਾਜ ਹੰਸ ਨੂੰ ਇੱਥੋਂ ਤਿਆਰ ਰਹਿਣ ਲਈ ਕਿਹਾ ਆ। ਭਾਜਪਾ ਦੀ ਸੂਬਾ ਪੱਧਰੀ ਟੀਮ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਣ ਲਈ ਹੋਮਵਰਕ ਕਰ ਰਹੀ ਹੈ। ਤਾਂ ਦੂਜੇ ਪਾਸੇ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਅਤੇ ਸੂਫੀ ਗਾਇਕ ਹੰਸਰਾਜ ਹੰਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਇਸ ਲਈ ਬਕਾਇਦਾ ਤੌਰ ਤੇ ਹੰਸਰਾਜ ਹੰਸ ਦੇ ਨਾਲ ਵਿਚਾਰ ਚਰਚਾ ਸ਼ੁਰੂ ਹੋ ਗਈ। ਉਹਨਾਂ ਕਿਹਾ ਕਿ ਭਾਜਪਾ ਮਾਲਵੇ ਵਿੱਚ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ। ਹਾਲਾਂਕਿ ਗੁਰਦਾਸਪੁਰ ਸੀਟ ਦੀ ਇੱਥੇ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਸੀਟ ਦੇ ਉੱਤੇ ਪਹਿਲਾਂ ਵਿਨੋਦ ਖੰਨਾ ਭਾਜਪਾ ਨੇ ਲਾਇਆ ਸੀ, ਜਿਹੜੇ 2 ਵਾਰੀ ਉੱਥੋਂ ਜੇਤੂ ਰਹੇ ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਫਿਰ ਸਨੀ ਦਿਓਲ ਦੇ ਉੱਤੇ ਹੀ ਨਿਸ਼ਾਨਾ ਲਾਇਆ ਸੀ। ਸਨੀ ਦਿਓਲ ਵੀ ਜਿਤਾਇਆ ਗੁਰਦਾਸਪੁਰੀਆਂ ਨੇ। ਕਹਿ ਸਕਦੇ ਹਾਂ ਕਿ ਸਨੀ ਦਿਓਲ ਨੇ ਧੋਖੇਬਾਜ਼ੀ ਕੀਤੀ ਹੈ ਤੇ ਗੁਰਦਾਸਪੁਰ ਵਾਲਿਆਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ। ਇਹ ਕੁਝ ਕੀਤਾ ਔਰ ਫਿਰ ਗੁਰਦਾਸਪੁਰੀਆਂ ਨੇ ਤੇ ਵਾਰ-ਵਾਰ ਸਨੀ ਦਿਓਲ ਦੇ ਗਵਾਚਣ ਦੇ ਪੋਸਟਰ ਲਾ ਕੇ ਪੂਰਾ ਯਾਨੀ ਕਿ ਰੌਲਾ ਪਾਈ ਰੱਖਿਆ, ਪਰ ਸਨੀ ਦਿਓਲ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। ਔਰ ਇਸ ਤੋਂ ਬਾਅਦ ਹੁਣ ਇਹ ਵੀ ਆ ਕਿ ਸਨੀ ਦਿਓਲ ਨੇ ਇਲੈਕਸ਼ਨਾਂ ਦੇ ਵਿੱਚ ਹੁਣ ਗਾਂ ਤੋਂ ਰਾਜਨੀਤੀ ਤੋਂ ਵੀ ਤੌਬਾ ਕਰ ਲਈ ਹੈ, ਨਹੀਂ ਆਊਗਾ। ਪਰ ਇੱਕ ਗੱਲ ਇੱਥੇ ਕਹਿਣੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਉੱਥੋਂ ਹੁਣ ਸਿਰਫ ਭਾਜਪਾ ਕਲਾਕਾਰਾਂ ਦੇ ਉੱਤੇ ਦਾ ਖੇਡ ਰਹੀ ਸੀ, ਹੁਣ ਗੁਰਦਾਸਪੁਰ ਸੀਟ ਤੋਂ ਹਾਲੇ ਤੱਕ ਭਾਜਪਾ ਦੇ ਕੋਲ ਇਹ ਕੁਛ ਵੀ ਨਹੀਂ ਹੈ, ਕਿਸੇ ਕਲਾਕਾਰ ਦੀ ਗੱਲ ਨਹੀਂ ਹੈ। ਹਾਲਾਂਕਿ ਹੰਸਰਾਜ ਹੰਸ ਨੂੰ ਦਿੱਲੀ ਦੀ ਇੱਕ ਲੋਕ ਸਭਾ ਸੀਟ ਤੋਂ ਚੋਣ ਲੜਾਈ ਸੀ ਜਿਹਦੇ ਵਿੱਚ ਹੰਸਰਾਜ ਹੰਸ ਜੇਤੂ ਰਹੇ ਔਰ ਹੰਸਰਾਜ ਹੰਸ ਬਕਾਇਦਾ ਤੌਰ ਦੇ ਉੱਤੇ ਇੱਕ ਵਾਰੀ ਫਰੀਦਕੋਟ ਤੋਂ ਜਿਹੜੀਆਂ ਚਰਚਾਵਾਂ ਨੇ ਚੱਲ ਰਹੀਆਂ ਨੇ, ਜਿੱਥੇ ਕਰਮਜੀਤ ਅਨਮੋਲ ਆਪ ਦਾ ਪ੍ਰਚਾਰ ਕਰ ਰਿਹਾ, ਜਿੱਥੇ ਉਹ ਸਿਹਤ ਤੇ ਸਿੱਖਿਆ ਦੀ ਗੱਲ ਨੂੰ ਕਰਦੇ ਆ ਕਿ ਅਸੀਂ ਇਹ ਮੁੱਦੇ ਨੂੰ ਉੱਪਰ ਚੱਕਾਂਗੇ। ਸੋ ਇਸ ਤੋਂ ਬਾਅਦ ਇਹ ਹੋਏਗਾ ਕਿ ਕਰਮਜੀਤ ਅਨਮੋਲ, ਮੁਹੰਮਦ ਸਦੀਕ ਔਰ ਇਸ ਤੋਂ ਇਲਾਵਾ ਹੰਸਰਾਜ ਹੰਸ, ਤਿੰਨਾਂ ਦੇ ਵਿੱਚ ਮੁਕਾਬਲਾ ਹੋਵੇਗਾ। ਔਰ ਇੱਥੇ ਮੈਂ ਗੱਲ ਕਹਿਣੀ ਚਾਹੂੰਗਾ ਕਿ ਮੁਹੰਮਦ ਸਦੀਕ ਪੰਜਾਬ ਦੀ ਉਹ ਗਾਇਕ ਰਹੇ ਨੇ ਜਿਨ੍ਹਾਂ ਨੇ ਰਣਜੀਤ ਕੌਰ ਦੇ ਨਾਲ ਜੋੜੀ ਬਣਾ ਕੇ ਲੰਬਾ ਸਮਾਂ ਗਾਇਆ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਵਿੱਚ ਆ ਗਏ ਨੇ ਤੇ ਲਗਾਤਾਰ ਮੁਹੰਮਦ ਸਦੀਕ ਜਿਹੜੇ ਨੇ ਉਹ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਤੇ ਇਸ ਵਾਰ ਵੀ ਉਹਨਾਂ ਨੇ ਮੰਗ ਕੀਤੀ ਹੈ ਕਿ ਉਸੇ ਹਲਕੇ ਤੋਂ ਜਿਹੜੀ ਆ ਮੈਨੂੰ ਜਿਹੜੀ ਟਿਕਟ ਦਿੱਤੀ ਜਾਵੇ ਤਾਂ ਕਿ ਮੈਂ ਉੱਥੋਂ ਚੋਣ ਲੜ ਸਕਾਂ। ਸੋ ਫਿਲਹਾਲ ਮੁਕਾਬਲਾ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਔਰ ਇਹ ਵੀ ਕਲੀਅਰ ਹੋ ਜਾਏਗਾ ਕਿ ਹੰਸਰਾਜ ਵਾਕਿਆ ਹੀ ਫਰੀਦਕੋਟ ਲੋਕ ਸਭਾ ਚੋਣਾਂ ਲੜ ਰਹੇ ਨੇ ਉਸ ਹਲਕੇ ਤੋਂ ਔਰ ਫਿਰ ਜੇ ਤਿੰਨੇ ਲੜਨਗੇ ਤਾਂ ਵਾਕਿਆ ਹੀ ਮੁਕਾਬਲਾ ਦਿਲਚਸਪ ਹੋਵੇਗਾ ਔਰ ਲੋਕਾਂ ਨੂੰ ਆਪਣਾ ਜਿਹੜਾ ਕਲਾਕਾਰ ਚੁਣਨਾ ਉਹ ਵੀ ਬਹੁਤ ਔਖਾ ਹੋ ਜਾਊਗਾ, ਕਿਉਂਕਿ ਤਿੰਨੇ ਕਲਾਕਾਰ ਅਜਿਹੇ ਨੇ, ਤਿੰਨਾਂ ਦਾ ਇੱਕ ਅੰਦਾਜ਼ ਹੈ, ਤਿੰਨਾਂ ਦੀ ਗਾਇਕੀ ਦੇ ਰੰਗ ਨੇ ਪੰਜਾਬੀਆਂ ਨੇ ਮਾਣੇ ਨੇ ਔਰ ਤਿੰਨਾਂ ਦੀ ਕਲਾਕਾਰੀ ਦਾ ਆਨੰਦ ਪੰਜਾਬੀਆਂ ਨੇ ਮਾਣਿਆ। ਹੁਣ ਦੇਖਦੇ ਆ ਕਿ ਕਿਹਨੂੰ ਜਿਤਾਉਂਦੇ ਆ। ਔਰ ਦੂਜੇ ਪਾਸੇ
ਭਾਜਪਾ ਦੀ ਜਿਹੜੀ ਕਈ ਸੀਟਾਂ ਦੇ ਉੱਤੇ ਨਜ਼ਰ ਹੈ। ਲੁਧਿਆਣਾ ਦੀ ਗੱਲ ਕਰ ਲੈਂਦੇ ਹਾਂ। ਲੁਧਿਆਣਾ ਦੇ 6 ਹਲਕਿਆਂ ਤੇ ਭਾਜਪਾ ਦੀ ਬਾਜ ਅੱਖ ਹੈ। ਸੈਂਟਰਲ ਤੇ ਦੱਖਣੀ ਹਲਕਿਆਂ ਦੇ ਵਿੱਚ ਦੂਜਾ ਨੰਬਰ ਹੈ। ਮਹਾਨਗਰ ਲੁਧਿਆਣੇ 'ਚ ਲੋਕ ਸਭਾ ਚੋਣਾਂ ਦੇ ਚੱਲਦਿਆਂ 6 ਸ਼ਹਿਰ ਹਲਕਿਆਂ 'ਚ ਭਾਵੇਂ ਹੋਰਨਾਂ ਪਾਰਟੀਆਂ ਦੇ ਵਰਕਰ ਅਤੇ ਆਗੂ ਸਰਗਰਮ ਨੇ, ਪਰ ਭਾਜਪਾ ਦਾ ਬੋਲਬਾਲਾ ਜ਼ਿਆਦਾ ਨਜ਼ਰ ਆ ਰਿਹਾ। ਇਸ ਦਾ ਸਭ ਤੋਂ ਵੱਡਾ ਕਾਰਨ ਰਾਮ ਮੰਦਿਰ ਦੱਸਿਆ ਜਾ ਰਿਹਾ। ਬਾਕੀ ਮਹਾਨਗਰ ਦੇ ਹਲਕਾ ਸੈਂਟਰਲ, ਦੱਖਣੀ, ਪੂਰਬੀ ਅਤੇ ਆਤਮਨਗਰ ਪੱਛਮੀ, ਉੱਤਰੀ 'ਚ ਵੱਡੀ ਗਿਣਤੀ 'ਚ ਬੈਠਾ ਹਿੰਦੂ ਭਾਈਚਾਰਾ ਅਤੇ ਪ੍ਰਵਾਸੀ ਪੂਰਵਾਂਚਲੀ ਭਾਈਚਾਰਾ ਵੀ ਭਾਜਪਾ ਦੇ ਨੇੜੇ ਨੇੜੇ ਹੁੰਦੇ ਦੇਖੇ ਜਾ ਰਹੇ ਨੇ। ਔਰ ਇੱਥੇ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਕਿ ਲੁਧਿਆਣਾ ਜਿਸ ਤਰੀਕੇ ਨਾਲ ਅਸੀਂ ਠੇਠ ਲਫ਼ਜ਼ਾਂ 'ਚ ਕਹਿ ਦਿੰਦੇ ਕਿ ਬਈਆਂ ਦਾ ਗੜ੍ਹ ਬਣ ਚੁੱਕਿਆ ਆ, ਔਰ ਜਦੋਂ ਗੱਲ ਰਾਮ ਮੰਦਿਰ ਦੀ ਆਈ ਆ ਤੇ ਇਹ ਹਰੇਕ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਬਈਏ ਬੈਠੇ ਸੀਗੇ ਉੱਥੇ ਜਿਹੜੇ ਆ ਝੰਡੇ ਲੱਗਦਿਆਂ ਤੋਂ ਪਤਾ ਲੱਗ ਗਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਗੱਲ ਨੋਟ ਕਰਨ ਵਾਲੀ ਆ ਕਿ ਕਿੰਨਾ ਯੂਪੀ ਬਿਹਾਰ ਆ ਕੇ ਬਈਆਵਾਦ ਬੈਠ ਗਿਆ। ਔਰ ਤਕਰੀਬਨ ਇਹ ਵੀ ਚਰਚਾ ਸੀ ਕਿ ਉਹ ਸਾਰੇ ਰਾਮ ਮੰਦਿਰ ਦੇ ਦਿਨ, ਜਿਸ ਦਿਨ ਉਦਘਾਟਨ ਕੀਤਾ ਗਿਆ ਸੀ ਰਾਮ ਲੱਲਾ ਦੀ ਮੂਰਤੀ ਦਾ, ਉਸ ਦਿਨ ਉਹਨਾਂ ਨੇ ਲੰਗਰ ਲਾਏ, ਸਪੀਕਰ ਲਾਏ, ਡੀਜੇ ਲਾਏ, ਭੰਗੜੇ ਪਾਏ, ਬੜਾ ਕੁਛ ਕੀਤਾ। ਇਸ ਤੋਂ ਇੰਝ ਲੱਗ ਰਿਹਾ ਸੀ ਕਿ ਇਹ ਪੰਜਾਬ ਨਾ ਹੋ ਕੇ ਕੋਈ ਯੂਪੀ ਬਿਹਾਰ ਦਾ ਸ਼ਹਿਰ ਹੋਵੇ। ਔਰ ਹਰ ਸ਼ਹਿਰ ਦੀ ਜਿਹੜੀ ਸਥਿਤੀ ਉਸ ਦਿਨ ਇਹ ਬਣੀ ਹੋਈ ਸੀ। ਤੇ ਲੁਧਿਆਣਾ ਤਾਂ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬਈਆਂ ਦਾ ਗੜ੍ਹ ਬਣ ਚੁੱਕਿਆ ਆ, ਜਿੱਥੇ ਬਈਆਂ ਤੇ ਜਿਹੜੀ ਆ ਉਹ ਵਿਧਾਨ ਸਭਾ ਦੀ ਸੀਟ ਦੇ ਉੱਤੇ ਇੱਕ ਬਈਆ ਚੋਣ ਵੀ ਉੱਥੋਂ ਲੜ ਚੁੱਕਿਆ ਆ। ਤਾਂ ਕਹਿ ਸਕਦੇ ਹਾਂ ਕਿ ਇਹ ਲੋਕ ਜਿਹੜੇ ਨੇ ਇਹਨਾਂ ਨੇ ਕੁਛ ਨਹੀਂ ਕਰਨਾ। ਇਹਨਾਂ ਨੂੰ ਹਿੰਦੂ ਤਵੀ ਵੋਟ ਦੇ ਵਿੱਚ ਬਦਲਣ ਲਈ RSS ਜਾਂ ਬਾਕੀ ਜਿਹੜੇ ਉਹਨਾਂ ਦੇ ਵਿੰਗ ਨੇ ਉਹ ਕੰਮ ਵੀ ਕਰਦੇ ਪਏ ਨੇ। ਤਾਂ ਇਸ ਤਰੀਕੇ ਨਾਲ ਜਿਹੜਾ ਹਿੰਦੂ ਭਾਈਚਾਰਾ ਵੱਡੀ ਗਿਣਤੀ ਵਿੱਚ ਲੁਧਿਆਣੇ ਬੈਠਾ ਆ, ਉਹ ਵੀ ਸਾਰੇ ਇਹਨਾਂ ਦੇ ਨੇੜੇ ਹੁੰਦੇ ਦੇਖੇ ਜਾ ਸਕਦੇ ਨੇ, ਕਿਉਂਕਿ ਉਹਨਾਂ ਦੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤੇ ਮੋਦੀ ਭਗਤ ਬਣੇ ਹੋਏ ਨੇ। ਔਰ ਜਿਸ ਕਰਕੇ ਬਣੇ ਨੇ ਉਹ ਪਤਾ ਹੀ ਆ ਕਿ ਰਾਮ ਮੰਦਿਰ ਦਾ ਏਜੰਡਾ ਹੀ ਮੋਦੀ ਹੁਣਾਂ ਨੇ ਜਾਂ ਭਾਜਪਾ ਨੇ ਇਸ ਕਰਕੇ ਹੀ ਲਿਆਂਦਾ ਫਟਾਫਟ ਅੱਗੇ। ਕਾਲੀ ਦੇ ਵਿੱਚ ਅਧੂਰੇ ਮੰਦਿਰ ਦਾ ਨਿਰਮਾਣ ਨਹੀਂ ਹਜੇ ਪੂਰਾ ਹੋਇਆ ਸੀਗਾ, ਤਾਂ ਪ੍ਰਾਣ ਪ੍ਰਤਿਸ਼ਠਾ ਯਾਨੀ ਕਿ ਮੂਰਤੀ ਸਥਾਪਨਾ ਕਰਨ ਤੋਂ ਬਾਅਦ ਇੱਕੋ ਦਮ ਹੀ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਕਰਕੇ ਲੋਕਾਂ ਦੇ ਵਿੱਚ ਆਪਣਾ ਇੱਕ ਅਕਸ ਬਣਾਉਣ ਦੀ ਕੋਸ਼ਿਸ਼ ਭਾਜਪਾ ਨੇ ਕੀਤੀ ਹੈ। ਸੋ ਇਹਨਾਂ ਹਲਕਿਆਂ ਨਾਲ ਸੰਬੰਧਿਤ ਹਲਕਾ ਸੈਂਟਰਲ ਦੇ ਵਿੱਚ ਤਾਂ ਲੁਧਿਆਣੇ ਦੀ ਆਪਾਂ ਗੱਲ ਕਰ ਰਹੇ ਸੀ। ਤਾਂ ਇਹਨਾਂ ਹਲਕਿਆਂ 'ਚ ਸੰਬੰਧਿਤ ਹਲਕਾ ਸੈਂਟਰਲ 'ਚ ਗੁਰਦੇਵ ਸ਼ਰਮਾ ਦੇਬੀ ਜੋ 6 ਵਾਰ ਭਾਜਪਾ ਦਾ ਖਜ਼ਾਨਚੀ ਚੱਲਿਆ ਆ ਰਿਹਾ, ਤੇ ਦੂਜਾ ਸਤਿੰਦਰਪਾਲ ਸਿੰਘ ਕਾਕਾ ਤਾਜਪੁਰੀ ਜੋ ਹਲਕਾ ਦੱਖਣੀ ਤੋਂ ਸੀ। ਹੁਣ ਭਾਵੇਂ ਦੇਬੀ ਸ਼ਰਮਾ ਦਾ ਨਾਂ ਉਮੀਦਵਾਰੀ ਲਈ ਬੋਲ ਰਿਹਾ, ਪਰ ਸੂਤਰਾਂ ਤੋਂ ਪਤਾ ਲੱਗਾ ਕਿ ਭਾਜਪਾ ਵੋਟਾਂ ਦੀਆਂ ਮਿਣਤੀ ਜਰਬਾਂ ਤਕਸੀਮਾਂ ਵੱਡੇ ਪੱਧਰ ਤੇ ਕਰਕੇ ਇਹਨਾਂ ਸ਼ਹਿਰੀ ਹਲਕਿਆਂ ਤੋਂ ਵੋਟ ਲੈਣ ਲਈ ਹੱਥ ਪੈਰ ਮਾਰ ਰਹੀ ਹੈ। ਜੇਕਰ ਅਕਾਲੀਆਂ ਨਾਲ ਗੱਠਜੋੜ ਹੋ ਗਿਆ ਤਾਂ ਭਾਜਪਾ ਉਸ ਦਾ ਵੀ ਚੋਖਾ ਲਾਹਾ ਲੈਣ ਤੋਂ ਪਿੱਛੇ ਨਹੀਂ ਹਟੇਗੀ। ਜੇਕਰ ਅਕਾਲੀਆਂ ਦੇ ਹਿੱਸੇ ਇਹ ਸੀਟ ਚਲੀ ਗਈ ਤਾਂ ਨਤੀਜੇ ਕੀ ਹੋਣਗੇ, ਇਹ ਅਜੇ ਸਮੇਂ ਦੀ ਬੁੱਕਲ ਦੇ ਵਿੱਚ ਹੈ। ਤਾਂ ਦੂਜੇ ਪਾਸੇ ਅਮਰੀਕਾ 'ਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਮੰਗਲਵਾਰ ਨੂੰ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਉਹਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਤੋਂ ਟਿਕਟ ਮਿਲਣਾ ਤੈਅ ਮੰਨਿਆ ਜਾ ਰਿਹਾ। ਇਸ ਦੇ ਨਾਲ ਜੁੜਿਆ ਪਹਿਲੂ ਇਹ ਵੀ ਸਾਹਮਣੇ ਆਇਆ ਕਿ ਭਾਜਪਾ ਅੰਮ੍ਰਿਤਸਰ ਤੋਂ ਲਗਾਤਾਰ ਚੌਥੀ ਵਾਰ ਚਿਹਰਾ ਬਦਲਣ ਜਾ ਰਹੀ ਹੈ। ਜੀ ਹਾਂ, ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰਦੇ ਹਾਂ। ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਆ ਕਾਫੀ ਹਿੱਲ ਜੁਲ ਜਿਹੜੀ ਆ ਭਾਜਪਾ ਦੇ ਵਿੱਚ ਹੋ ਰਹੀ ਆ। ਤੇ ਇਸ ਮਾਮਲੇ ਵਿੱਚ ਜੇਕਰ ਲੋਕ ਸਭਾ ਚੋਣਾਂ ਨਾਲ ਸੰਬੰਧਿਤ ਪਿਛਲੇ 20 ਸਾਲਾਂ ਦੇ ਰਿਕਾਰਡ ਦੇ ਉੱਤੇ ਨਜ਼ਰ ਮਾਰੀਏ ਤੇ 2004 'ਚ ਪਹਿਲੀ ਵਾਰੀ ਭਾਜਪਾ ਵੱਲੋਂ ਚੋਣਾਂ ਲੜਨ ਵਾਲੇ ਨਵਜੋਤ ਸਿੱਧੂ ਨੇ ਕਾਂਗਰਸ ਦੇ ਦਿੱਗਜ ਰਘੂਨੰਦਨ ਲਾਲ ਭਾਟੀਆ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਸਨ। ਰਘੂਨੰਦਨ ਲਾਲ ਭਾਟੀਆ ਜੋ ਸੀ ਉਹ ਭਾਜਪਾ ਦੇ ਨਾਲ ਸੰਬੰਧਿਤ ਸੀਗਾ। ਇਸ ਤੋਂ ਬਾਅਦ ਹੋਈਆਂ 3 ਲੋਕ ਸਭਾ ਚੋਣਾਂ ਦੀ ਗੱਲ ਕਰਦੇ ਹਾਂ। ਇਹਦੇ ਵਿੱਚ ਨਵਜੋਤ ਸਿੱਧੂ ਲਗਾਤਾਰ ਜਿੱਤਦੇ ਰਹੇ ਨੇ, ਪਰ 2014 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਸਿੱਧੂ ਦੀ ਥਾਂ ਅਰੁਣ ਜੇਤਲੀ ਨੂੰ ਮੈਦਾਨ ਵਿੱਚ ਉਤਾਰਿਆ, ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਜਾ ਕੇ ਚੋਣ ਲੜੀ ਸੀ ਤੇ ਅਰੁਣ ਜੇਤਲੀ ਬੁਰੇ ਤਰੀਕੇ ਹਾਰਿਆ ਸੀਗਾ। ਹਾਲਾਂਕਿ ਭਾਜਪਾ ਨਹੀਂ ਸੀ ਚਾਹੁੰਦੀ ਕਿ ਉਹਨਾਂ ਦਾ ਵੱਡਾ ਦਿੱਗਜ ਨੇਤਾ ਇਸ ਤਰੀਕੇ ਨਾਲ ਬੁਰੀ ਤਰ੍ਹਾਂ ਹਾਰੇ, ਔਰ ਭਾਜਪਾ ਕਿਤੇ ਨਾ ਕਿਤੇ ਅੰਮ੍ਰਿਤਸਰ ਜਾਂ ਪੰਜਾਬ ਦੇ ਨਾਲ ਕਿਤੇ ਇਸ ਗੱਲੋਂ ਵੀ ਉਹਨਾਂ ਨੂੰ ਸੀਗਾ ਕਿ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ। ਔਰ ਅਰੁਣ ਜੇਤਲੀ ਵਰਗੇ ਦਿੱਗਜ ਆਗੂ ਨੂੰ ਜਿਹੜਾ ਸੀਗਾ ਉਹਨਾਂ ਨੇ ਬਿਲਕੁਲ ਵੀ ਕੋਈ ਵੋਟਾਂ ਵਾਲੇ ਮਾਮਲੇ 'ਚ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੰਮ੍ਰਿਤਸਰ 'ਚ। ਹਾਲਾਂਕਿ ਉੱਥੇ ਇੱਕ ਸਿੱਖਾਂ ਦਾ ਵਸਾਇਆ ਹੋਇਆ ਸ਼ਹਿਰ ਹੋਣ ਕਰਕੇ ਉੱਥੇ ਵੀ ਹਿੰਦੂਆਂ ਦਾ ਕਾਫੀ ਹਿੰਦੂ ਭਾਈਚਾਰੇ ਦਾ ਜਿਹੜਾ ਗੜ੍ਹ ਬਣਿਆ ਹੋਇਆ, ਔਰ ਹਿੰਦੂ ਭਾਈਚਾਰੇ ਦੀ ਜਿਹੜੀ ਵੋਟ ਆ ਉੱਥੇ ਬਹੁਤ ਜ਼ਿਆਦਾ, ਪਰ ਉੱਥੇ RSS ਦਾ ਗਲਬਾ ਵੀ ਬਹੁਤ ਜ਼ਿਆਦਾ ਹੈ। ਪਰ ਇਸ ਦੇ ਮੁਕਾਬਲੇ ਫਿਰ ਵੀ ਉੱਥੋਂ ਅਰੁਣ ਜੇਤਲੀ ਜਿਹੜਾ ਸੀਗਾ ਉਹ ਨਹੀਂ ਜਿੱਤ ਸਕਿਆ। ਬੇਸ਼ੱਕ ਭਾਜਪਾ ਨੇ ਉਸ ਨੂੰ ਬਾਅਦ ਵਿੱਚ ਵੱਡੀ ਸੀਟ ਦੇ ਕੇ ਨਵਾਜਿਆ।
ਤਾਂ ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਸ ਤਰੀਕੇ ਅਸਤੀਫਾ ਦੇਣ ਕਾਰਨ 2017 ਦੌਰਾਨ ਹੋਈਆਂ ਲੋਕ ਸਭਾ ਦੀ ਜਿਮਣੀ ਚੋਣ 'ਚ ਭਾਜਪਾ ਵੱਲੋਂ ਉਮੀਦਵਾਰ ਬਣਾਏ ਗਏ ਰਜਿੰਦਰ ਮੋਹਨ ਸਿੰਘ ਨੂੰ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੋਂ ਹਾਰ ਮਿਲੀ। ਇਸ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਫਿਰ ਉਮੀਦਵਾਰ ਬਦਲਿਆ ਤੇ ਹਰਦੀਪ ਸਿੰਘ ਪੁਰੀ ਨੂੰ ਟਿਕਟ ਦਿੱਤੀ, ਪਰ ਗੁਰਜੀਤ ਸਿੰਘ ਔਜਲਾ ਨੇ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕੀਤੀ ਹੈ। ਸੋ ਫਿਲਹਾਲ ਭਾਜਪਾ ਜਿਹੜੀ ਉਹ ਵਾਰ-ਵਾਰ ਆਪਣਾ ਜਿਹੜਾ ਚਿਹਰਾ ਬਦਲਦੀ ਹੈ, ਪਰ ਹੁਣ ਜਿਹੜਾ ਨਿਸ਼ਾਨਾ ਹੈ ਉਸ ਤੇ ਆਉਂਦੇ ਆ ਕਿ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਸ਼ਾਮਲ ਕਰਕੇ ਸਾਫ਼ ਹੋ ਗਿਆ ਕਿ ਭਾਜਪਾ ਇੱਕ ਵਾਰੀ ਫਿਰ ਉਮੀਦਵਾਰ ਬਦਲਣ ਜਾ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਤੇ ਉਮੀਦਵਾਰ ਬਦਲਣ ਦੇ ਮਾਮਲੇ ਵਿੱਚ ਕਾਂਗਰਸ ਵੀ ਪਿੱਛੇ ਨਹੀਂ ਹੈ। ਕਾਂਗਰਸ ਵੱਲੋਂ ਪਿਛਲੇ 20 ਸਾਲਾਂ 'ਚ 4 ਉਮੀਦਵਾਰ ਬਦਲੇ ਗਏ ਨੇ, ਜਿਨ੍ਹਾਂ 'ਚ 2004 'ਚ ਰਘੁਨੰਦਨ ਲਾਲ ਭਾਟੀਆ ਨੇ ਚੋਣ ਲੜੀ ਸੀ, ਜਦੋਂ ਕਿ 2007 'ਚ ਸੁਰਿੰਦਰ ਸਿੰਗਲਾ ਅਤੇ 2009 ਦੇ ਵਿੱਚ ਓਪੀ ਸੋਨੀ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਸੀ। ਹਾਲਾਂਕਿ ਇਹਨਾਂ ਤਿੰਨਾਂ ਨੂੰ ਨਵਜੋਤ ਸਿੰਘ ਸਿੱਧੂ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਇਸ ਤੋਂ ਬਾਅਦ 2014 'ਚ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਾਂਗੇ। ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਤੇ 2017 ਅਤੇ 2019 'ਚ ਲਗਾਤਾਰ 2 ਵਾਰ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਗਈ ਹੈ ਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਆਪ ਦੇ ਕੈਬਨਿਟ ਮਿਨਿਸਟਰ ਨੇ, ਪਿਛਲੀ ਵਾਰ ਵੀ ਇਸ ਸੀਟ ਤੋਂ ਚੋਣ ਲੜੀ ਸੀ। ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਸੀ ਤੇ ਉਹਨਾਂ ਨੇ ਪਿਛਲੀ ਵਾਰ ਵੀ ਇਸੇ ਸੀਟ ਤੋਂ ਆਪ ਉਮੀਦਵਾਰ ਵਜੋਂ ਚੋਣ ਲੜੀ ਸੀ, ਪਰ ਉਸ ਸਮੇਂ ਮੁੱਖ ਮੁਕਾਬਲਾ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅਤੇ ਅਕਾਲੀ ਭਾਜਪਾ ਦੇ ਉਮੀਦਵਾਰ ਪੁਰੀ ਦੇ ਵਿਚਕਾਰ ਰਿਹਾ ਸੀਗਾ। ਬਾਅਦ ਵਿੱਚ ਪੁਰੀ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ ਸੀ ਔਰ ਫਿਰ ਇਸ ਤਰੀਕੇ ਨਾਲ ਭਾਜਪਾ ਦੀ ਜੇ ਗੱਲ ਕਰੀਏ ਤਾਂ ਭਾਜਪਾ ਨੇ ਲਗਾਤਾਰ ਆਪਣੇ ਉਮੀਦਵਾਰ ਬਦਲੇ ਨੇ ਤੇ ਹੁਣ ਵੀ ਇਸ ਵਾਰ ਦੇਖਾਂਗੇ ਕਿ ਭਾਜਪਾ ਕਿਹੜਾ ਚਿਹਰਾ ਅੰਮ੍ਰਿਤਸਰ ਤੋਂ ਉਤਾਰਦੀ ਆ। ਅੰਮ੍ਰਿਤਸਰ ਦੀ ਵਕਾਰੀ ਸੀਟ ਹੈ, ਉੱਥੋਂ ਵੀ ਭਾਜਪਾ ਨਹੀਂ ਛੱਡਣਾ ਚਾਹੂਗੀ ਔਰ ਫਿਲਹਾਲ ਚੋਣ ਕਮਿਸ਼ਨ ਨੇ ਇਹਨਾਂ ਚੋਣਾਂ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਆ। ਤਾਂ ਮੈਂ ਦੱਸ ਦੇਣਾ ਚਾਹੂੰਗਾ ਕਿ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲੇ ਗੇੜ ਦੇ ਵਿੱਚ 102 ਸੀਟਾਂ ਲਈ ਬੁੱਧਵਾਰ ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਪਹਿਲੇ ਗੇੜ ਵਿੱਚ 19 ਅਪ੍ਰੈਲ ਨੂੰ 17 ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਹਨਾਂ ਦੇ ਵਿੱਚ ਤਾਮਿਲਨਾਡੂ ਦੀਆਂ 33, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਉੱਤਰਾਖੰਡ, ਅਸਾਮ ਅਤੇ ਮਹਾਰਾਸ਼ਟਰ ਦੀਆਂ 5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਮੇਘਾਲਿਆ ਦੀਆਂ 2 ਸੀਟਾਂ ਸ਼ਾਮਲ ਨੇ। ਦੂਜੇ ਪਾਸੇ ਛੱਤੀਸਗੜ੍ਹ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ, ਅੰਡਾਮਾਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ, ਲਕਸ਼ਦੀਪ ਅਤੇ ਪੁਡੂਚੇਰੀ ਵਿੱਚ ਇੱਕ ਸੀਟ ਤੇ ਪਹਿਲੇ ਪੜਾਅ ਵਿੱਚ ਵੋਟਿੰਗ ਹੋ ਗਈ। ਇਹ ਪਾਂਡੀਚੇਰੀ ਹੈ ਜਿਹਨੂੰ ਪੁਡੂਚੇਰੀ ਇਹਨਾਂ ਭਾਜਪਾ ਨੇ ਸਾਰੇ ਨਾਮ ਬਦਲ ਕੇ ਇੱਦਾਂ ਦੇ ਰੱਖ ਦਿੱਤੇ ਆ। ਸੋ ਵੋਟਿੰਗ 19 ਅਪ੍ਰੈਲ ਨੂੰ ਹੋਊਗੀ। ਲੋਕ ਸਭਾ ਦੀਆਂ 543 ਸੀਟਾਂ ਲਈ ਆਮ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 7 ਗੇੜ ਵਿੱਚ ਹੋਣਗੀਆਂ ਤੇ ਵੋਟਾਂ ਦੀ ਗਿਣਤੀ ਜੋ ਆ ਉਹ 4 ਜੂਨ ਨੂੰ ਹੋਵੇਗੀ। ਸੋ ਫਿਲਹਾਲ ਇਹ ਚੋਣਾਂ ਦੀ ਜੋ ਸਥਿਤੀ ਬਣੀ ਹੋਈ ਹੈ, ਨੋਟੀਫਿਕੇਸ਼ਨ ਜਾਰੀ ਹੋ ਗਿਆ। ਪੰਜਾਬ ਦੀ ਫਿਲਹਾਲ ਹਾਲਤ ਸਾਹਮਣੇ ਆਊਗੀ ਕਿ ਇੱਥੇ ਕਦੋਂ ਹੋ ਰਹੀਆਂ ਨੇ, ਕਿਹੜੀ ਤਰੀਕ ਜਿਹੜੀ ਆ ਉਹ ਹੋਵੇਗੀ, ਕਿਸ ਤਰੀਕੇ ਦੀਆਂ ਡਿਊਟੀਆਂ ਇੱਥੇ ਲਗਾਈਆਂ ਜਾਣਗੀਆਂ। ਹਾਲਾਂਕਿ ਪ੍ਰਬੰਧ ਮੁਕੰਮਲ ਕੀਤੇ ਨੇ, ਸਖਤੀ ਕਾਫੀ ਹੋਈ ਪਈ ਆ ਇਹਨਾਂ ਚੋਣਾਂ ਨੂੰ ਲੈ ਕੇ। ਤਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਹੁਣ ਇਹਨਾਂ ਚੋਣਾਂ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਫਸਵੇਂ ਮੁਕਾਬਲੇ ਹੋਣਗੇ ਤੇ ਕਈ ਜਗ੍ਹਾ ਦਿਲਚਸਪ ਮੁਕਾਬਲੇ ਹੋਣਗੇ, ਤਾਂ ਸਾਨੂੰ ਫਿਰ ਉਦੋਂ ਤੱਕ ਉਡੀਕ ਕਰਨੀ ਪਏਗੀ, ਦੇਖਣਾ ਪਏਗਾ ਕਿ ਆਖਰ ਕਿੱਥੇ ਕਿੱਥੇ ਫਸਵੇਂ ਮੁਕਾਬਲੇ ਹੋ ਰਹੇ ਨੇ। ਔਰ ਵਾਕਿਆ ਹੀ ਹੰਸਰਾਜ ਹੰਸ ਨੂੰ ਫਰੀਦਕੋਟ ਤੋਂ ਜਿਹੜੀ ਆ ਉਹ ਟਿਕਟ ਦਿੱਤੀ ਜਾਂਦੀ ਹੈ ਭਾਜਪਾ ਵੱਲੋਂ, ਤਾਂ ਇਸ ਸਮੇਂ ਦੀ ਉਡੀਕ ਕਰਨੀ ਪਏਗੀ। ਅਕਾਲੀ ਭਾਜਪਾ ਗੱਠਜੋੜ ਹੁਣ ਸਾਹਮਣੇ ਆ ਰਿਹਾ ਕਿ ਇਸ ਨੂੰ ਲੈ ਕੇ ਅਮਿਤ ਸ਼ਾਹ ਹੋਰਾਂ ਦਾ ਬਿਆਨ ਆਇਆ, ਕਿਉਂਕਿ ਕਾਫੀ ਦਿਨਾਂ ਤੋਂ ਇਹ ਚਰਚਾ ਛਿੜੀ ਹੋਈ ਹੈ ਔਰ ਅੰਦਰ ਖਾਤੇ ਗੱਲ ਵੀ ਚੱਲ ਰਹੀ ਹੈ, ਮੀਟਿੰਗਾਂ ਦਾ ਦੌਰਾ ਜਾਰੀ ਹੈ, ਪਰ ਕਿਸਾਨ ਅੰਦੋਲਨ ਕਰਕੇ ਇਹਨਾਂ ਦੇ ਰਾਹ ਦੇ ਵਿੱਚ ਅੜਿੱਕਾ ਬਣਿਆ ਹੋਇਆ। ਤਾਂ ਲੋਕ ਸਭਾ ਚੋਣਾਂ 2024 ਦਾ ਜੋ ਬਿਗਲ ਵੱਜ ਚੁੱਕਾ ਹੈ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਕਾਲੀ ਦਲ ਨਾਲ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਤੇ ਉਹਨਾਂ ਕਿਹਾ ਹੈ ਕਿ ਸਾਡੀ ਅਕਾਲੀ ਦਲ ਨਾਲ ਗੱਲਬਾਤ ਜਾਰੀ ਹੈ ਤੇ 2-3 ਦਿਨਾਂ ਦੇ ਵਿੱਚ ਇਸ ਬਾਬਤ ਸਥਿਤੀ ਸਪਸ਼ਟ ਹੋ ਜਾਵੇਗੀ। ਸੀਟਾਂ ਦੀ ਵੰਡ ਨੂੰ ਲੈ ਕੇ ਜੇਕਰ ਸਥਿਤੀ ਸਾਫ਼ ਹੁੰਦੀ ਹੈ ਤਾਂ 2-3 ਦਿਨਾਂ ਵਿੱਚ ਗੱਠਜੋੜ ਸੰਭਵ ਹੈ। ਸ਼ਾਹ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਐਨਡੀਏ ਦੇ ਸਾਰੇ ਸਹਿਯੋਗੀ ਇੱਕ ਮੰਚ ਤੇ ਇਕੱਠੇ ਹੋਣ। ਦੱਸਦੀ ਹੈ ਕਿ ਅਕਾਲੀ ਭਾਜਪਾ ਦਾ ਗੱਠਜੋੜ ਕਿਸਾਨ ਅੰਦੋਲਨ ਅਤੇ 3 ਕਾਲੇ ਖੇਤੀ ਕਾਨੂੰਨਾਂ ਕਾਰਨ ਟੁੱਟਿਆ ਸੀ, ਕਿਉਂਕਿ ਕਿਸਾਨ ਪਿੰਡ ਬਾਦਲ ਜਾ ਕੇ ਬੈਠ ਗਏ ਸਨ। ਪਰ ਹੁਣ ਇਹ ਗੱਠਜੋੜ ਫਿਰ ਤੋਂ ਜੁੜ ਸਕਦਾ ਆ। ਸ਼ਾਹ ਮੁਤਾਬਕ ਕੁਝ ਪ੍ਰਪੋਜ਼ਲ ਸਾਨੂੰ ਭੇਜੇ ਜਾ ਰਹੇ ਨੇ, ਹਾਲਾਂਕਿ ਅਕਾਲੀ ਦਲ ਵੱਲੋਂ ਇਸ ਬਾਬਤ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਗਈ। ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਸਾਨੂੰ
370 ਪਾਰ ਦਾ ਸੁਪਨਾ ਪੂਰਾ ਕਰਨਾ ਹੈ ਤੇ ਸਾਨੂੰ ਪੰਜਾਬ ਦੇ ਸਹਿਯੋਗ ਦੀ ਲੋੜ ਹੈ। ਹੁਣ ਗੱਲ ਉਹ ਅਸੀਂ ਵਾਰ-ਵਾਰ ਕਰਦੇ ਹਾਂ ਕਿ ਜਿਹੜੀ ਲੋੜ ਦੀ ਗੱਲ ਕਰਦੇ ਆ, ਜ਼ਾਹਿਰ ਹੈ ਕਿ ਦੋਵਾਂ ਪਾਰਟੀਆਂ ਦਾ ਇੱਕ ਦੂਜੇ ਬਿਨਾਂ ਨਹੀਂ ਸਰਦਾਗਾ, ਨਹੀਂ ਸਰਨਾਗਾ, ਕਿਉਂਕਿ ਅਕਾਲੀਆਂ ਦਾ ਤਾਂ ਸੂਪੜਾ ਸਾਫ਼ ਹੋ ਚੁੱਕਿਆ, ਅਕਾਲੀਆਂ ਦਾ ਤਾਂ ਹੁਣ ਕੋਈ ਵਕਾਰ ਹੀ ਨਹੀਂ ਰਿਹਾ ਔਰ ਉਹਨਾਂ ਨੂੰ ਲੋੜ ਹੈ ਕਿ ਉਹਨਾਂ ਦੇ ਨਾਲ ਕੋਈ ਤਾਂ ਖੜਾ ਹੋਵੇ, ਕਿਸ ਤਰੀਕੇ ਨਾਲ ਪਾਰਟੀ ਨੂੰ ਮੁੜ ਸੁਰਜੀਤ ਕੀਤਾ ਜਾਵੇ, ਜਿਹੜੀ ਕਿ ਵਾਕਿਆ ਹੀ ਜਿਹਨੂੰ ਕਹਿ ਸਕਦੇ ਆ ਕਿ ਬਿਲਕੁਲ ਮਲੀਆ ਮਿੱਟ ਹੋ ਚੁੱਕੀ ਪਾਰਟੀ ਹੈ। ਪਾਰਟੀ ਦਾ ਸੁਨਹਿਰੀ ਇਤਿਹਾਸ ਵੀ ਨਹੀਂ ਦੇਖਿਆ ਜਾਵੇ ਤਾਂ ਹੱਥ ਜੁੜਦੇ ਸੀਗੇ ਉਹਨਾਂ ਪੰਥਕ ਆਗੂਆਂ ਦੀਆਂ ਕੁਰਬਾਨੀਆਂ ਨੇ ਜਿਨ੍ਹਾਂ ਨੇ ਇਸ ਪਾਰਟੀ ਨੂੰ ਬਣਾਇਆ ਸੀ। ਪਰ ਅਫਸੋਸ ਆ ਕਿ ਬਾਦਲ ਕਿਆਂ ਦੇ ਬੰਨਿਓ ਜਿਸ ਤਰੀਕੇ ਨਾਲ ਇਸ ਪਾਰਟੀ ਦਾ ਸਫਾਇਆ ਕਰਵਾਇਆ ਗਿਆ, ਉਸ ਨੂੰ ਲੈ ਕੇ ਸਿੱਖ ਸਿਆਸਤ ਦਾ ਖਾਸ ਤੌਰ 'ਤੇ ਧਿਆਨ ਰੱਖਣ ਵਾਲੇ ਜਾਂ ਸਿੱਖ ਚਿੰਤਕ ਆ, ਸਿੱਖ ਬੁੱਧੀਜੀਵੀ, ਸਿੱਖ ਵਿਦਵਾਨ ਜਿਹੜੇ ਨੇ, ਉਹਨਾਂ ਨੂੰ ਚਿੰਤਾ ਲੱਗੀ ਰਹਿੰਦੀ ਆ ਕਿ ਆਖਿਰ ਇਹ ਅਕਾਲੀ ਦਲ ਦਾ ਇਹ ਭੋਗ ਪਵਾ ਕੇ ਹੀ ਬਾਦਲ ਹਟੇ ਆ। ਪੰਜਾਬੀ ਪਾਰਟੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਣਾ ਕੇ ਔਰ ਦੂਸਰੇ ਪਾਸੇ ਭਾਜਪਾ ਦੇ ਨਾਲ ਜਿਹੜਾ ਪਤੀ ਪਤਨੀ ਵਾਲਾ ਰਿਸ਼ਤਾ ਬਣਾ ਕੇ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਤੇ ਹੌਲੀ ਹੌਲੀ ਪੰਜਾਬ ਦੇ ਸਿੱਖਾਂ ਦੇ ਜਿਹੜੇ ਮੁੱਦੇ ਸੀ, ਕਾਫੀ ਜਿਹੜੇ ਕੌਮੀ ਏਜੰਡੇ ਸੀ, ਉਹਨਾਂ ਤੋਂ ਦੂਰ ਹੁੰਦੇ ਗਏ ਔਰ ਫਿਰ ਬਹੁਤ ਸਾਰੀਆਂ ਸ਼ਰਤਾਂ ਕੇਂਦਰ ਦੀਆਂ ਨਾਲ ਇਸ ਕਰਕੇ ਇਹਨਾਂ ਦੀਆਂ ਸਰਕਾਰਾਂ ਹੁਣ ਤੱਕ ਬਣਦੀਆਂ ਰਹੀਆਂ ਅਕਾਲੀਆਂ ਦੀਆਂ ਕਿ ਇਹ ਉਹਨਾਂ ਮਾਮਲਿਆਂ ਦੇ ਉੱਤੇ ਚੁੱਪ ਰਹੇ ਆ, ਬਿਲਕੁਲ ਚੁੱਪ ਰਹੇ ਆ, ਕਿਉਂਕਿ ਸਪਸ਼ਟ ਹੈ ਕਿ ਅਕਾਲੀਆਂ ਨੂੰ ਸਾਰੀਆਂ ਮੰਗਾਂ ਭੁੱਲ ਜਾਂਦੀਆਂ ਨੇ ਜਦੋਂ ਅਕਾਲੀ ਸੱਤਾ 'ਚ ਆਉਂਦੇ ਆ ਤੇ ਕੁਰਸੀ ਦੀ ਖਾਤਰ ਭਾਵੇਂ ਪੰਥ ਢੱਠੇ ਖੂਹ ਦੇ ਵਿੱਚ ਜਾਵੇ, ਚਾਹੇ ਕੌਮ ਢੱਠੇ ਖੂਹ ਜਾਵੇ, ਇਹਨਾਂ ਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਇੱਥੋਂ ਤੱਕ ਦੀ ਸਥਿਤੀ ਰਹੀ ਆ। ਹਾਲਾਂਕਿ ਮੂਹਰੇ ਇਹਨਾਂ ਨੇ ਏਜੰਡੇ ਉਹੀ ਰੱਖਣੇ ਆ ਤਾਂ ਕਿ ਲੋਕਾਂ ਨੂੰ ਐਂ ਲੱਗੇ ਵੀ ਇਹ ਜਿਹੜੇ ਬਾਦਲ ਕੀ ਪਾਰਟੀ ਆ ਜਾਂ ਇਹਨਾਂ ਦੇ ਟੋਲੇ ਦੇ ਬਾਕੀ ਜਿਹੜੇ ਸਿਆਸੀ ਲੀਡਰ ਆ ਕਿ ਉਹ ਪੰਥਕ ਆ ਔਰ ਪੰਥਕ ਚਿਹਰਾ ਮੋਹਰਾ ਲੈ ਕੇ ਅੱਗੇ ਤੁਰੇ ਫਿਰਦੇ ਰਿਹਾ ਔਰ ਗਾਤਰੇ ਜਿਹੜੇ ਆ ਕੁੜਤੇ ਪਜਾਮੇ ਚਿੱਟੇ ਤੇ ਉੱਤੋਂ ਬਾਸਕਟਾਂ ਤੇ ਇਸ ਤਰੀਕੇ ਨਾਲ ਇਹ ਲੱਗਦਾ ਕਿ ਪੂਰੇ ਇਹ ਅੰਦਰ ਤੱਕ ਅਕਾਲੀ ਆ, ਪਰ ਧੁਰ ਅੰਦਰ ਤੱਕ ਅਕਾਲੀ ਨਹੀਂ, ਇਹ ਕੁਰਸੀ ਦੇ ਹਮਖਿਆਲੀ ਆ ਔਰ ਕੁਰਸੀ ਦੀ ਵਜ੍ਹਾ ਕਰਕੇ ਇਹਨਾਂ ਨੂੰ ਕੋਈ ਪੰਥਕ ਏਜੰਡਾ, ਕੋਈ ਕੌਮੀ ਏਜੰਡਾ, ਕੋਈ ਪੰਜਾਬ ਦੇ ਹਿੱਤ, ਕੋਈ ਪੰਜਾਬ ਦੀ ਕਿਸਾਨੀ ਦਾ ਹਿੱਤ, ਪੰਜਾਬ ਦੇ ਪਾਣੀਆਂ ਦੀ ਗੱਲ, ਉਹ ਕਦੇ ਇਹਨਾਂ ਨੂੰ ਚੇਤੇ ਨਹੀਂ ਆਉਂਦੀ ਗੀ। ਹਾਲਾਂਕਿ ਇੱਥੇ ਭਗਵੰਤ ਮਾਨ ਹੋਰਾਂ ਦੀ ਗੱਲ ਜਦੋਂ ਵੀ ਉਹ ਕਰਦੇ ਆ, ਬਾਦਲ ਕਿਆਂ ਦੀਆਂ ਜਾਇਦਾਦਾਂ ਦੀ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਦੇ ਉੱਤੇ ਮਾਣਹਾਨੀ ਦੇ ਕੇਸ ਪਾਏ ਜਾਂਦੇ ਆ, ਜਦੋਂ ਕਿ ਇਤਿਹਾਸ ਗਵਾਹ ਕਿ ਬਹੁਤ ਸਾਰੀਆਂ ਗੱਲਾਂ ਸਹੀ ਆ ਕਿ ਕੱਲ੍ਹ ਦਿਹਾੜੇ ਕੀ ਕੁਛ ਸੀਗੇ ਤੇ ਹੁਣ ਇੰਨੇ ਸਾਲਾਂ ਦੇ ਵਿੱਚ ਇਹ ਕਰੋੜਾਂ ਅਰਬਾਂਪਤੀ ਤੱਕ ਕਿਵੇਂ ਪਹੁੰਚ ਗਏ ਆ। ਹੁਣ ਇਹ ਕਰੋੜਾਂ ਦੀ ਨਹੀਂ, ਅਰਬਾਂ ਤੱਕ ਦੀ ਜਾਇਦਾਦ ਇਹਨਾਂ ਦੀ ਹੈਗੀ ਆ ਤੇ ਉਹ ਬਣੀ ਕਿਵੇਂ ਆ। ਆਖਿਰ ਤਾਂ ਕਿਹਾ ਜਾ ਸਕਦਾ ਹੈ ਕਿ ਕੁਰਸੀ ਔਰ ਪੰਜਾਬ ਦੇ ਹਿੱਤਾਂ ਦੀ ਖਾਤਰ, ਕੁਰਸੀ ਲੈਣ ਦੀ ਖਾਤਰ ਕੀ ਕੁਛ ਵੇਚਿਆ, ਕੀ ਕੁਛ ਵਟਿਆ, ਕੀ ਕੁਛ ਮੁੱਲ ਲਿਆ। ਇਹ ਚਰਚਾ ਅਕਸਰ ਰਹਿੰਦੀ ਆ ਪੰਜਾਬ ਦੇ ਸੋਸ਼ਲ ਮੀਡੀਆ ਤੋਂ ਲੈ ਕੇ, ਮੀਡੀਆ ਤੋਂ ਲੈ ਕੇ, ਜਾਂ ਫਿਰ ਜਿਹੜੇ ਪੰਥਕ ਸਫਾਂ ਦੇ ਵਿੱਚ ਲੋਕ ਬੈਠੇ ਆ, ਜਿਹੜੇ ਸੁਹਿਰਦ ਨੇ, ਜਿਹੜੇ ਇਸ ਦੇ ਉੱਤੇ ਪੂਰਾ ਘੋਖ ਕਰਦੇ ਨੇ, ਸਿਆਸੀ ਮਾਹਰ ਨੇ, ਉਹ ਗੱਲ ਕਹਿੰਦੇ ਆ ਕਿ ਆਖਿਰ ਇਹ ਕਿੱਥੋਂ ਆਇਆ। ਹਾਲਾਂਕਿ ਬਾਦਲਾਂ ਦੇ ਕੋਲੇ ਸਵਾਏ ਪ੍ਰੋਟੈਸਟ ਜਿਹੜਾ ਇਸ ਤਰੀਕੇ ਨਾਲ ਕਿ ਅਦਾਲਤ ਵਿੱਚ ਕੇਸ ਜਿਹੜਾ ਆ ਉਹ ਪਾ ਦਿੱਤਾ ਜਾਵੇ ਤੇ ਮਾਣਹਾਨੀ ਦੇ ਮੁਕੱਦਮੇ ਦਰਜ ਕੀਤੇ ਜਾਣ, ਜ਼ਾਹਿਰ ਆ ਕਿ ਕਿਸ ਤਰੀਕੇ ਨਾਲ ਔਰ ਚਿੱਟੇ ਵਾਲਾ ਮਾਮਲਾ ਜਿਹੜਾ ਆ ਉਹ ਅਕਾਲੀਆਂ ਦੇ ਵੇਲੇ ਹੋਇਆ, ਇਹ ਸਾਰਿਆਂ ਨੂੰ ਸਾਫ਼ ਜ਼ਾਹਰ ਹੈ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਦਾ ਸੂਪੜਾ ਸਾਫ਼ ਹੋਇਆ ਹੈ, ਉਸ ਨੂੰ ਲੈ ਕੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਵੀ ਆਇਆ ਸੀਗਾ ਕਿ ਜਿੰਨਾ ਚਿਰ ਤੱਕ ਦੋਵੇਂ ਧਿਰਾਂ ਇਕੱਠੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਆਪ ਨੂੰ ਹਰਾਇਆ ਨਹੀਂ ਜਾ ਸਕਦਾ। ਕਾਂਗਰਸ ਔਰ ਆਪ ਦੇ ਨਾਲ ਅਗਰ ਪੰਜਾਬ ਦੇ ਵਿੱਚ ਮੁਕਾਬਲਾ ਕਰਨਾ ਆ ਤਾਂ ਦੋਹਾਂ ਨੂੰ ਜੁੜਨਾ ਪਊਗਾ। ਹਾਲਾਂਕਿ ਮੇਨ ਮੁਕਾਬਲਾ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਬਾਕੀ ਜਗ੍ਹਾ ਅਲਾਇੰਸ ਗੱਠਜੋੜ ਦੇ ਵਿੱਚ ਕਾਂਗਰਸ ਔਰ ਆਪ ਸਾਂਝੇ ਆ, ਪਰ ਇੱਥੇ ਪੰਜਾਬ ਦੇ ਵਿੱਚ ਇਹ ਦੋਵੇਂ ਸਾਂਝੇ ਨਹੀਂ ਹੈ। ਤਾਂ ਇਸ ਕਰਕੇ 370 ਪਾਰ ਦਾ ਸੁਪਨਾ ਪੂਰਾ ਕਰਨਾ ਤੇ ਸਾਨੂੰ ਪੰਜਾਬ ਦੇ ਸਹਿਯੋਗ ਦੀ ਲੋੜ ਹੈ। ਇਹ ਗੱਲ ਉਹ ਵਾਰ-ਵਾਰ ਕਹਿ ਰਹੇ ਨੇ ਔਰ ਦੱਸਣਯੋਗ ਹੈ ਕਿ ਭਾਜਪਾ ਜਿਹੜੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤਾਂ ਅਬ ਕੀ ਵਾਰ 400 ਪਾਰ ਦਾ ਨਾਰਾ ਦਿੰਦੀ ਹੈ। ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਨੇ ਇਹ ਬਿਆਨ ਦਿੱਤਾ ਹੈ ਕਿ ਉਹ ਦਿੱਲੀ ਗਏ ਹੀ ਨਹੀਂ ਤਾਂ ਗੱਠਜੋੜ ਦਾ ਸਵਾਲ ਹੀ ਨਹੀਂ ਹੈ, ਯਾਨੀ ਕਿ ਅੰਦਰ ਕੁਛ ਤੇ ਬਾਹਰ ਕੁਛ ਆ। ਔਰ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਕਾਫੀ ਅਹਿਮ ਹੈ। ਦਰਅਸਲ ਸੁਖਬੀਰ ਦਾ ਇਹ ਬਿਆਨ ਦਿੱਲੀ ਦੀਆਂ ਬਰੂਹਾਂ ਤੇ ਡਟੇ ਕਿਸਾਨ ਅੰਦੋਲਨ ਦੋ ਕਾਰਨ ਹੈ। ਜੇ ਸੁਖਬੀਰ ਨਹੀਂ ਇਹ ਬਿਆਨ ਦਿੰਦਾ ਨਾ ਤੇ ਜ਼ਾਹਿਰ ਹੈ ਕਿ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਆ ਔਰ ਕਿਸਾਨਾਂ ਦੇ ਰੋਹ ਦਾ ਜਿਹੜਾ ਇਹਨਾਂ ਨੂੰ ਅਕਾਲੀਆਂ ਨੂੰ ਸ਼ਿਕਾਰ ਹੋਣਾ ਪਿਆ ਰਿਹਾ ਤਾਂ ਪਹਿਲਾਂ ਹੀ ਜ਼ੀਰੋ ਤੇ ਆ ਚੁੱਕਿਆ ਤੇ ਇਸ ਤੋਂ ਬਾਅਦ ਤਾਂ ਇਹ
ਪੰਥਕ ਪਾਰਟੀ ਜਿਹਨੂੰ ਕਹਿੰਦਾ ਕਿ ਹੁਣ ਵੀ ਜੀ ਸਾਰੀਆਂ ਸੀਟਾਂ ਜਿਤਾਓ ਜੀ ਅਤੇ ਪੰਜਾਬ ਦੀ ਇਹ ਪਾਰਟੀ ਆ, ਇਹ ਤੁਹਾਡੀ ਆਪਣੀ ਸੂਬਾਈ ਪਾਰਟੀ ਆ, ਇਹਨੂੰ ਜਿਤਾਓ ਤੇ ਜਿਤਾ ਕੇ ਭੇਜੋ, ਤੁਹਾਡੀਆਂ ਮੰਗਾਂ ਜਿਹੜੀਆਂ ਆ ਉਹ ਪੂਰੀਆਂ ਕੀਤੀਆਂ ਜਾਣਗੀਆਂ, ਕਿਸਾਨੀ ਹਿੱਤਾਂ ਦੀ ਗੱਲ ਕੀਤੀ ਜਾਊਗੀ। ਔਰ ਪ੍ਰੇਮ ਸਿੰਘ ਚੰਦੂਮਾਜਰਾ ਹੋਣਾ ਦਾ ਬਿਆਨ ਵੀ ਇਸ ਦੇ ਉੱਤੇ ਆਇਆ ਸੀਗਾ ਕਿ ਇਹ ਜ਼ਰੂਰੀ ਆ, ਗੱਠਜੋੜ ਹੋਣਾ ਚਾਹੀਦਾ ਹੈ, ਜਿੱਤ ਪ੍ਰਾਪਤ ਕਰਕੇ ਤਾਂ ਹੀ ਅਸੀਂ ਕੇਂਦਰ ਕੋਲੋਂ ਕਿਸਾਨੀ ਮੰਗਾਂ ਜਾਂ ਬਾਕੀ ਮੰਗਾਂ ਪੰਜਾਬ ਦੀਆਂ ਮੰਗਾਂ ਜਿਹੜੀਆਂ ਮਨਵਾ ਸਕਦੇ ਹਾਂ। ਪਰ ਅਫਸੋਸ ਹੈ ਚੰਦੂਮਾਜਰਾ ਸਾਹਿਬ ਬਿਆਨ ਦੇਣ ਵੇਲੇ ਜਾਂ ਸੁਖਬੀਰ ਬਾਦਲ ਜੀ, ਪਹਿਲਾਂ ਵੀ ਤਾਂ ਸਰਕਾਰਾਂ ਤੁਹਾਡੀਆਂ ਰਹੀਆਂ, ਤੁਸੀਂ ਕਦੇ ਵੀ ਉਸ ਦੇ ਉੱਤੇ ਗੌਰ ਨਹੀਂ ਕੀਤਾਗਾ। ਤਾਂ ਹੁਣ ਮੌਜੂਦਾ ਸਿਆਸੀ ਮਾਹੌਲ ਨੂੰ ਵੇਖਿਆ ਜਾਵੇ ਤਾਂ ਅਕਾਲੀ ਤੇ ਭਾਜਪਾ ਨਾਲ ਗੱਠਜੋੜ ਹੋ ਸਕਦਾ। ਦੱਸਣਯੋਗ ਹੈ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਆਉਣਗੇ। ਸੋ ਫਿਲਹਾਲ ਦੇਖਦੇ ਹਾਂ ਜੀ, ਜੂਨ ਵੀ ਆ ਜਾਣਾ ਆ, ਹੁਣ ਤੋਂ ਤਿਆਰੀਆਂ ਜਿਹੜੀਆਂ ਸਾਰਿਆਂ ਨੇ ਰੰਭੀਆਂ ਆ, ਮੌਕਾ ਮਿਲ ਗਿਆ ਕਾਫੀ ਕੁਝ ਕਰਨ ਦਾ। ਔਰ ਇਹਨੇ ਵਿੱਚ ਹੀ ਦੇਖੋ ਕੀ ਕੁਝ ਜੋੜ ਤੋੜ ਲੱਗਦੇ ਨੇ। ਅਗਲੀ ਗੱਲ ਕਰਦੇ ਹਾਂ ਜੀ, RSS ਦੇ ਕਿਸਾਨੀ ਵਿੰਗ ਨੇ ਕਿਸਾਨੀ ਅੰਦੋਲਨ ਦਾ ਵਿਰੋਧ ਕਰਨ ਲਈ ਫਿਰ ਗਲਤ ਬਿਆਨਬਾਜ਼ੀ ਦਾ ਸਹਾਰਾ ਲਿਆ ਆ। ਨਾਗਪੁਰ ਦੇ ਵਿੱਚ 3 ਦਿਨਾਂ ਦੀ ਬੈਠਕ ਵਿੱਚ ਕਿਸਾਨਾਂ ਬਾਰੇ RSS ਦੇ ਕਿਸਾਨੀ ਵਿੰਗ ਭਾਰਤੀ ਕਿਸਾਨ ਸੰਘ ਵੱਲੋਂ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਤਾਂ ਚੁੱਕੀ ਗਈ, ਪਰ ਨਾਲ ਹੀ ਇਹ ਵੀ ਆਖਿਆ ਗਿਆ ਕਿ ਕਿਸਾਨਾਂ ਦਾ ਮੰਗਾਂ ਮਨਵਾਉਣ ਦਾ ਹਿੰਸਕ ਰਸਤਾ ਸਹੀ ਨਹੀਂ ਹੈ। ਬੜੇ ਅਫਸੋਸ ਦੀ ਗੱਲ ਹੈ। ਉਹੀ ਗੱਲ ਹੈ ਕਿ ਭਾਜਪਾ ਦੀ ਰੱਟੀ ਰਟਾਈ ਤੋਤਾ ਜਿੱਥੇ ਮਰਜ਼ੀ ਬੈਠਾ ਹੋਵੇ ਉਹੀ ਬੋਲੀ ਬੋਲਦਾ ਆ। ਇੱਥੇ ਇਹੀ ਕੁਛ ਬੋਲਿਆ ਜਾ ਰਿਹਾ ਆ, ਕਿਉਂਕਿ RSS ਦਾ ਜਿਹੜਾ ਕਿਸਾਨੀ ਵਿੰਗ ਉਹ ਕਦੇ ਨਹੀਂ ਇਹ ਚਾਹੁੰਣਗੇ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਆਪਣੀਆਂ ਮੰਗਾਂ ਮੰਨਦੇ ਆ ਉਹਨੂੰ ਉਹਨਾਂ ਦਾ ਗੋਦੀ ਮੀਡੀਆ ਹੋਵੇ ਜਾਂ ਉਹਨਾਂ ਦੇ ਪੱਖੀ ਜਾਂ ਮੋਦੀ ਭਗਤ ਹੋਣ, ਉਹ ਸਾਰੇ ਇਹੀ ਕੁਛ ਕਹਿੰਦੇ। ਚਾਹੇ ਸੋਸ਼ਲ ਮੀਡੀਆ ਉੱਤੇ ਬਕੜਵਾ ਕਰਨ ਵਾਲੀਆਂ ਕੰਗਣਾ ਰਣੌਤ ਵਰਗੀਆਂ ਜਾਂ ਐਲਵਿਸ਼ ਯਾਦਵ ਵਰਗੇ ਮਸਟੰਡੇ ਟਾਈਪ ਦੇ ਜਿਹੜੇ ਜ਼ਹਿਰਾਂ ਵੇਚਦੇ ਸੱਪਾਂ ਦੀਆਂ, ਇਹੋ ਜਿਹੇ ਘਟੀਆ ਲੋਕ ਜਿਹੜੇ ਇਸ ਤਰ੍ਹਾਂ ਦਾ ਪ੍ਰਾਪੇਗੰਡਾ ਕਰਦੇ ਆ ਤੇ ਕਿਸਾਨ ਅੰਦੋਲਨ ਦੀ ਜਿਹੜੀ ਦਿੱਖ ਆ ਉਹਨੂੰ ਬਿਲਕੁਲ ਵਿਗਾੜ ਦਿੱਤਾ ਜਾਂਦਾ ਹੈ। ਤਾਂ ਭਾਰਤੀ ਕਿਸਾਨ ਸੰਘ ਵੱਲੋਂ ਆਖਿਆ ਗਿਆ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਵੱਲੋਂ ਇਹ ਮੁੱਦਾ ਚੁੱਕ ਕੇ ਦੇਸ਼ ਵਿੱਚ ਤਣਾਅ ਵਾਲਾ ਵਾਤਾਵਰਨ ਬਣਾਉਣਾ ਸਹੀ ਨਹੀਂ ਜੀ। ਤੁਸੀਂ ਆਪ ਇੱਥੇ ਗੱਲ ਤੇ ਆਓ ਕਿ ਮੋਦੀ ਸਾਹਿਬ ਖੁਦ ਸ਼ਤਾਬਦੀ ਗੁਰੂ ਨਾਨਕ ਦੇਵ ਜੀ ਦੀ ਸੀ, ਉੱਥੇ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਉੱਥੋਂ ਧਰਨਾ ਜਿਹੜਾ ਸੀਗਾ ਉਹ ਬੇਨਤੀ ਕੀਤੀ ਸੀ ਚੁੱਕਣ ਦੀ, ਤੇ ਕਿਹਾ ਸੀ ਕਿ ਮੰਗਾਂ ਮੰਨੀਆਂ ਜਾਣਗੀਆਂ। ਤਾਂ ਮੰਨੀਆਂ ਹੋਈਆਂ ਜਿਹੜੀਆਂ ਮੰਗਾਂ ਦੀ ਜਿਹਦੀ ਗੱਲ ਕੀਤੀ ਸੀ ਵੀ ਅਸੀਂ ਕਰਾਂਗੇ ਪੂਰੀਆਂ, ਉਹਨਾਂ ਨੂੰ ਮੁੜ ਮਨਵਾਉਣ ਲਈ ਮੋਰਚਾ ਲਾਉਣਾ ਪਿਆ। ਇਸ ਦੇ ਉੱਤੇ ਗੱਲ ਜਿਹੜੀ ਉਹ ਨਹੀਂ ਕੀਤੀ, ਕਿਉਂਕਿ ਗੱਲ ਤਾਂ ਇਹ ਆ ਕਿ ਮਗਰ ਜੋ ਭਾਜਪਾ ਕਹੂਗੀ ਅਸੀਂ ਬੋਲੀ ਉਹੀ ਬੋਲਣੀ ਹੈ। ਤੇ ਇਸ ਬਿਆਨ ਤੇ ਹੋਰ ਚਰਚਾਵਾਂ ਸੁਣ ਕੇ ਫਿਰ ਤੋਂ ਸੰਘ ਦੀ ਬੈਠਕ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ RSS ਦੀ ਨਜ਼ਰ ਵਿੱਚ ਕਿਸਾਨੀ ਅੰਦੋਲਨ ਦੀ ਆੜ ਵਿੱਚ ਅਸਲ ਵਿੱਚ ਪੰਜਾਬ 'ਚੋਂ ਨਿਕਲੀ ਵੱਖਵਾਦੀ ਸੋਚ ਤੇ ਆਧਾਰਿਤ ਲਹਿਰ ਹੈ, ਜਿਸ ਮੰਚ ਤੋਂ ਸੰਘ ਤੇ ਉਹਨਾਂ ਦੇ ਕਾਰਜਕਰਤਾਵਾਂ ਨੂੰ ਦੇਸ਼ ਦੇ ਚੋਣ ਮਹਾ ਉਤਸਵ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਉਸ ਮੰਚ ਤੋਂ ਸਿਆਸਤ ਦੇ ਨਾਮ ਤੇ ਪੰਜਾਬ ਅਤੇ ਸਿੱਖਾਂ ਨਾਲ ਡਾਢੀ ਬੇਇਨਸਾਫੀ ਕੀਤੀ ਗਈ ਹੈ। ਕਿਸਾਨੀ ਸੰਘਰਸ਼ ਨੂੰ ਹਰ ਦਮ ਪੰਜਾਬ ਦੇ ਮੱਥੇ ਮੜਿਆ ਜਾਂਦਾ ਕਿ ਇਹਨਾਂ ਨੂੰ ਜਾਂ ਬਾਕੀ ਦੇਸ਼ ਨੂੰ ਕੋਈ ਪੰਗਾ ਨਹੀਂ, ਜਦੋਂ ਕਿ ਤੁਸੀਂ ਢਾਹ ਜਿਹੜੇ ਆ ਉਹ ਪੂਰੇ ਦੇਸ਼ ਨੂੰ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲਾ ਰਹੇ ਹੋ। ਇਸ ਦੇ ਉੱਤੇ ਇਹ ਗੱਲ ਕਦੇ ਨਹੀਂ ਕਰੂਗਾ RSS ਦਾ ਇਹ ਵਿੰਗ, ਕਿਸਾਨੀ ਵਿੰਗ। ਜਿਵੇਂ ਕੋਈ ਗਲਤੀ ਨਹੀਂ ਕਰ ਰਹੇ, ਪਰ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਨੂੰ ਭੁੱਖਮਰੀ ਤੋਂ ਬਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤਾਂ ਕੀ ਇਹ ਦੇਸ਼ ਦਾ ਹਿੱਸਾ ਨਹੀਂ ਸੀ? ਇਹ ਸਵਾਲ ਖੜਾ ਹੁੰਦਾ ਆ। ਜੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਂਦੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਕੋਲੋਂ ਬਾਕੀ ਦੇਸ਼ ਦੇ ਮੁਕਾਬਲੇ ਜ਼ਿਆਦਾ ਪੈਸਾ ਆ ਗਿਆ ਤਾਂ ਇਸ ਵਿੱਚ ਦੇਸ਼ ਨੂੰ ਇਤਰਾਜ਼ ਕਿਉਂ ਆ? ਕਿਉਂਕਿ ਪੰਜਾਬ ਦੇ ਕਿਸਾਨ ਬਾਕੀ ਸਟੇਟਾਂ ਦੇ ਕਿਸਾਨਾਂ ਨਾਲੋਂ ਜ਼ਿਆਦਾ ਅਮੀਰ ਆ, ਹਰਿਆਣਾ ਦੇ ਜ਼ਿਆਦਾ ਅਮੀਰ ਆ। ਜਦੋਂ ਕੋਈ ਕਿਸੇ ਭੁੱਖੇ ਨੂੰ ਰੋਟੀ ਦੇ ਕੇ ਉਸ ਦੀ ਜਾਨ ਬਚਾਉਂਦਾ ਆ, ਜਿਵੇਂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਬਚਾਇਆ, ਤਾਂ ਉਹਨਾਂ ਵਾਸਤੇ ਸ਼ੁਕਰਗੁਜ਼ਾਰ ਲੋਕ ਬੜਾ ਕੁਛ ਕਰਦੇ ਨੇ, ਪਰ ਦੇਸ਼ ਵਿੱਚ ਪੰਜਾਬ ਪ੍ਰਤੀ ਸ਼ੁਕਰਗੁਜ਼ਾਰੀ ਨਜ਼ਰ ਨਹੀਂ ਆਉਂਦੀ ਗੀ। ਇਹ ਲੋਕਾਂ ਦੀ ਇਹਨਾਂ ਦੀ ਅਹਿਸਾਨ ਫਰਾਮੋਸ਼ੀ ਨਜ਼ਰ ਆਉਂਦੀ ਆ। ਇਹ ਨਾ ਸ਼ੁਕਰਗੁਜ਼ਾਰ ਲੋਕ ਨੇ, ਇਹਨਾਂ ਨੂੰ ਸ਼ੁਕਰ ਕਰਨਾ ਨਹੀਂ ਆਉਂਦਾ ਕਿ ਜੇ ਅੱਜ ਤੁਹਾਡੇ ਢਿੱਡ ਭਰ ਰਹੇ ਨੇ, ਜੇ ਦੇਸ਼ ਦਾ ਅੰਨ ਭੰਡਾਰ ਭਰ ਰਿਹਾ, ਤੇ ਉਹਦੇ ਪਿੱਛੇ ਪੰਜਾਬ ਹਰਿਆਣਾ ਦੇ ਕਿਸਾਨ ਨੇ ਜਿਨ੍ਹਾਂ ਦੇ ਕਰਕੇ ਇੱਥੋਂ ਤੱਕ ਪਹੁੰਚੇ। ਮੇਨ ਪੰਜਾਬ ਜਿਹੜਾ ਸਭ ਤੋਂ ਜ਼ਿਆਦਾ ਕਣਕ ਚੌਲ ਜਿਹੜੇ ਆ ਅਨਾਜ ਦੇ ਰਿਹਾ ਆ। ਤੇ ਜਿੱਥੇ ਪੈਸਾ ਆਵੇਗਾ ਉੱਥੇ ਸਿੱਖਿਆ ਤੇ ਸਹੂਲਤਾਂ ਵੀ ਆਉਣੀਆਂ ਨੇ, ਤੇ ਲੋਕ ਆਪਣੇ ਹੱਕਾਂ ਬਾਰੇ ਸੋਚਣਗੇ ਵੀ ਜ਼ਰੂਰ। ਇਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸਿਆਸੀ ਤੌਰ ਤੇ ਜ਼ਿਆਦਾ ਬੇਦਾਰ ਨੇ, ਪਰ ਇਸ ਨੂੰ ਵੱਖਵਾਦ ਕਹਿਣਾ ਸਹੀ ਨਹੀਂ ਹੈ, ਕਿਉਂਕਿ ਪੰਜਾਬ ਦੇ ਖੂਨ ਜਿਹੜਾ ਆ ਉਹ ਕਦੇ ਠੰਡਾ ਨਹੀਂ ਪਿਆ। ਪੰਜਾਬ ਆਪਣੀਆਂ ਮੰਗਾਂ ਲਈ ਪੁਰਾਣੇ ਵੇਲਿਆਂ ਤੋਂ ਲੈ ਕੇ ਗੱਲ ਕਰਾਂਗੇ, ਪੋਰਸ ਸਿਕੰਦਰ ਦੇ ਜ਼ਮਾਨੇ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਪੰਜਾਬ ਨੇ ਖੰਘਣ ਨਹੀਂ ਦਿੱਤਾ ਗਾ। ਆਪਣੀ ਗੱਲ ਜਿਹੜੀ ਆ ਜੇ ਜਾਇਜ਼ ਆ ਤਾਂ ਹੁਣ ਮਨਵਾ ਕੇ ਹਟੀ ਆ, ਧੱਕੇਸ਼ਾਹੀ ਨਹੀਂ ਕੀਤੀ। ਤੇ ਜੇ ਪੰਜਾਬ ਦੇ ਇਸ ਰੂਪ ਨੂੰ ਤੁਸੀਂ ਵੱਖਵਾਦੀ, ਅੱਤਵਾਦੀ, ਖਾਲਿਸਤਾਨੀ ਕੁਛ ਵੀ ਕਹਿਣਾ, ਤਾਂ ਇਹ ਤੁਹਾਡੀ ਆਪਣੀ ਇੱਕ ਓਪੀਨੀਅਨ ਆ, ਤੁਹਾਡੀ ਇੱਕ ਆਪਣੀ ਸੋਚ ਹੈ।
ਸੋ ਦੇਸ਼ ਭਰ ਦੇ ਕਿਸਾਨ ਆਪਣੇ ਹੱਕਾਂ ਦੀ ਰਖਵਾਲੀ ਪ੍ਰਤੀ ਜਾਗਰੂਕ ਹੋ ਰਹੇ ਨੇ। ਮੀਡੀਆ ਵੱਲੋਂ ਲੱਖ ਛਪਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹਰਿਆਣਾ ਦੀ ਸਰਹੱਦ ਉੱਤੇ ਉਹਨਾਂ ਦੇ ਸਾਥੀ ਨਾਲ ਕੀ ਕੀਤਾ ਗਿਆ ਹੈ। ਸਵਾਲ ਅਸੀਂ ਪ੍ਰਿਤਪਾਲ ਸਿੰਘ ਦੀ ਗੱਲ ਕਰਾਂਗੇ। ਪ੍ਰਿਤਪਾਲ ਸਿੰਘ ਦੀ ਸਿੱਟ ਰਿਪੋਰਟ ਤੇ ਹਰਿਆਣਾ ਦੀਆਂ ਸਰਹੱਦਾਂ ਦੇ ਤਾਇਨਾਤ ਵੱਖ-ਵੱਖ ਸੁਰੱਖਿਆ ਬਲਾਂ ਵੱਲੋਂ ਬੇਰਹਿਮੀ ਨਾਲ ਮਾਰਕੁੱਟ ਬੜੇ ਵੱਡੇ ਸਵਾਲ ਚੁੱਕਦੀ, ਉਹਨੂੰ ਬੋਰੀ 'ਚ ਪਾ ਕੇ ਲੈ ਗਏ ਸੀ ਤੇ ਜਿਵੇਂ ਉਹ ਕਹਿੰਦੇ ਨੇ ਆਪਾਂ ਪੰਜਾਬੀ 'ਚ ਗਿੱਦੜ-ਕੁੱਟ ਕੀਤੀ ਹੈ, ਇਹ ਗਿੱਦੜ-ਕੁੱਟ ਤੋਂ ਵੀ ਭੈੜਾ ਕੰਮ ਕੀਤਾ। ਇਹ ਕਿਹੜੇ ਸੁਰੱਖਿਆ ਬਲ ਨੇ ਜੋ ਕਿਸਾਨਾਂ ਵੱਲੋਂ ਬਚਾਅ ਵਿੱਚ ਸੁੱਟੀ ਥੋੜ੍ਹੀ ਜਿਹੀ ਮਿਰਚੀ ਦੀ ਹਵਾ ਵੀ ਨਾ ਸਹਾਰ ਸਕਿਆ ਤੇ ਨੌਜਵਾਨਾਂ ਤੇ ਰਬੜ ਦੀਆਂ ਗੋਲੀਆਂ ਮਾਰ ਕੇ ਤੇ ਉਹਨਾਂ ਨੂੰ ਬੋਰੀਆਂ ਵਿੱਚ ਪਾ ਕੇ ਕੁੱਟਣ ਦੇ ਉੱਤੇ ਉਤਰ ਆਏ। ਕਿਸਾਨਾਂ ਦੇ ਸੰਘਰਸ਼ ਨੂੰ ਹਿੰਸਕ ਬਣਾਉਣ ਵਾਲੇ ਕਿਸਾਨ ਨਹੀਂ ਸਨ, ਬਲਕਿ ਹਰਿਆਣਾ ਦੀ ਸਰਹੱਦ ਤੇ ਤਾਇਨਾਤ ਸੁਰੱਖਿਆ ਬਲ ਸਨ। ਹਰਿਆਣਾ ਦੀ ਭੈੜੀ ਕਰਤੂਤ ਸੀ ਖੱਟੜ ਹਕੂਮਤ ਦੀ, ਖੱਟੜ ਦੇ ਗ੍ਰਹਿ ਮੰਤਰੀ ਦੀ, ਹਰਿਆਣਾ ਦੀ ਪੁਲਿਸ ਦੀਆਂ ਘਟੀਆ ਕਰਤੂਤਾਂ ਸਨ। ਕਿਸਾਨਾਂ ਨੂੰ ਬੱਦੂ ਨਾ ਕੀਤਾ ਜਾਵੇ ਇਸ ਮਾਮਲੇ ਵਿੱਚ। ਪਰ ਗੱਲ ਇਹ ਹੈ ਕਿ ਕਮਜ਼ੋਰੀ ਤਾਂ ਸਾਡੇ ਪੰਜਾਬੀਆਂ ਦੀ ਹੈ, ਕਮਜ਼ੋਰੀ ਸਿੱਖਾਂ ਦੀ ਹੈ, ਜੋ ਤਾਕਤਵਰ ਹੋਣ ਦੇ ਬਾਵਜੂਦ ਆਪਣਾ ਐਸਾ ਰੋਬ ਨਹੀਂ ਬਣਾ ਸਕੇ ਕਿ ਕੋਈ ਉਹਨਾਂ ਵਿਰੁੱਧ ਵੱਖਵਾਦ ਤੇ ਹਿੰਸਾ ਵਰਗੇ ਇਲਜ਼ਾਮ ਲਗਾਉਣ ਤੋਂ ਪਹਿਲਾਂ 100 ਵਾਰ ਸੋਚੇ। ਪੰਜਾਬ ਦੀਆਂ ਚੋਣਾਂ ਅਖੀਰ ਵਿੱਚ ਕਰਨ ਦਾ ਮਤਲਬ ਇਹ ਵੀ ਹੈ ਕਿ ਜਿੱਥੇ ਵੀ ਕਿਸਾਨਾਂ ਦੀ ਗੱਲ ਆਊਗੀ, ਪੰਜਾਬ ਦੇ ਸਿਰ ਝੂਠੇ ਇਲਜ਼ਾਮ ਲਗਾ ਕੇ ਦਬਾਉਣ ਦੀ ਰਣਨੀਤੀ ਜ਼ਰੂਰ ਅਪਣਾਈ ਜਾਵੇਗੀ, ਜਿਵੇਂ ਕਿ ਹੁਣ ਭਾਜਪਾ ਤੇ ਆਰਐਸਐਸ ਲੱਗੇ ਪਏ ਆ। ਜੇ ਅੱਜ ਸਿੱਖਾਂ ਦੀ ਇੱਕ ਆਵਾਜ਼ ਹੁੰਦੀ, ਇੱਕ ਐਸੀ ਸੰਸਥਾ, ਇਸ ਦੇ ਕੋਲ ਇੱਕ ਐਸਾ ਲੀਡਰ ਹੁੰਦਾ ਜਿਸ ਤੇ ਸਿੱਖ ਆਪ ਵੀ ਵਿਸ਼ਵਾਸ ਕਰ ਸਕਦੇ, ਤਾਂ ਸਾਰੀ ਕੌਮ ਇਸ ਅਪਮਾਨ ਤੇ ਇਕੱਠੇ ਰੋਸ ਕਰਦੀ, ਤਾਂ ਵਾਰ-ਵਾਰ ਸਿੱਖਾਂ ਨੂੰ ਅੱਤਵਾਦੀ ਕਹਿਣ ਦੀ, ਵੱਖਵਾਦੀ ਕਹਿਣ ਦੀ, ਖਾਲਿਸਤਾਨੀ ਕਹਿਣ ਦੀ ਸ਼ਾਇਦ ਕੋਈ ਗਲਤੀ ਨਾ ਕਰਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਇੱਥੇ ਮੈਂ ਕਹਿਣਾ ਚਾਹੂੰਗਾ ਕਿ ਅਫਸੋਸ ਇਸ ਗੱਲ ਦਾ ਆ ਕਿ ਪੰਜਾਬ ਦੇ ਕੋਲੇ ਕੋਈ ਚੰਗਾ ਸਿੱਖ ਲੀਡਰ ਹੀ ਨਹੀਂ ਹੈ, ਪੰਥ ਦੇ ਕੋਲੇ ਕੋਈ ਚੰਗਾ ਸਿੱਖ ਲੀਡਰ ਨਹੀਂ ਹੈ, ਸਿੱਖਾਂ ਦੇ ਕੋਲੇ ਕੋਈ ਚੱਜ ਦਾ ਲੀਡਰ ਨਹੀਂ ਗਾ। ਔਰ ਜੋ ਹੈਗੇ ਆ ਉਹਨਾਂ ਨੇ ਤਾਂ ਪੰਥ ਦਾ ਨਾਮੋ ਨਿਸ਼ਾਨ ਜਿਹੜਾ ਆ ਮਿਟਾ ਦਿੱਤਾ ਤੇ ਅੱਜ ਉਹਨਾਂ ਦੀ ਤੁਸੀਂ ਹਾਲਤ ਦੇਖ ਰਹੇ ਹੋ ਕੀ ਬਣੀ ਪਈ ਆ। ਸੋ ਲੋੜ ਹੈ ਕਿ ਅਸੀਂ ਇੰਨੇ ਕੁ ਮਜ਼ਬੂਤ ਹੋ ਜਾਈਏ ਕਿ ਇਹੋ ਜਿਹੇ ਜਿਹੜੇ ਬੱਕੜਵਾਹ ਕਰਨ ਵਾਲੇ ਆ ਔਰ ਬੱਦੂ ਕਰਨ ਵਾਲੇ ਆ, ਇਹਨਾਂ ਲੋਕਾਂ ਨੂੰ ਜਿਹੜਾ ਆ ਚੁੱਪ ਕਰਾ ਸਕੀਏ, ਇਹਨਾਂ ਨੂੰ ਜਿਹੜਾ ਦਲੀਲ ਨਾਲ ਜਵਾਬ ਦੇ ਸਕੀਏ। ਗੱਲ ਕਰਾਂਗੇ ਜੀ ਅਗਲੀ ਖਬਰ ਆ ਕਿ ਸਾਲ 1951 ਤੋਂ ਹੁਣ ਤੱਕ 71,000 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਔਰ ਤੁਸੀਂ ਦੇਖਿਆ ਕਿ ਕਈ ਵਾਰੀ ਜਿਹੜੇ ਉਮੀਦਵਾਰ ਹੈਗੇ ਆ ਹਾਰਨ ਤੇ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਜਾਂਦੀ ਹੈ ਤੇ ਉਹ ਕੁਛ ਰਾਸ਼ੀ ਹੁੰਦੀ ਆ, ਉਹ ਰਾਸ਼ੀ ਵੀ ਉਹ ਭਰਦੇ ਆ ਤੇ ਫਿਰ ਉਹ ਰਾਸ਼ੀ ਦਾ ਕੀ ਕੀਤਾ ਜਾਂਦਾ ਆ, ਕਿੰਨੀਆਂ ਜ਼ਮਾਨਤਾਂ ਅਜੇ ਤੱਕ ਜ਼ਬਤ ਹੋਈਆਂ ਨੇ, ਇਸ ਦੇ ਉੱਤੇ ਗੱਲ ਕਰਦੇ ਹਾਂ। ਕਿ ਦੇਸ਼ ਵਿੱਚ ਸਭ ਤੋਂ ਪਹਿਲੀਆਂ ਜਿਹੜੀਆਂ ਚੋਣਾਂ ਹੋਈਆਂ ਸੀਗੀਆਂ, ਇਹ ਜਾਣਕਾਰੀ ਹਿੱਤ ਵੀ ਹੈ ਕਿ 1951 ਦੇ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਸੀ। ਇਹਨਾਂ ਤੋਂ ਲੈ ਕੇ ਪਿਛਲੀਆਂ ਆਮ ਚੋਣਾਂ ਤੱਕ, ਜਿਹੜੀਆਂ ਵਿਧਾਨ ਸਭਾ ਚੋਣਾਂ 2022 ਹੋਈਆਂ ਨੇ, ਤਾਂ ਉਦੋਂ ਤੱਕ 71,000 ਤੋਂ ਵਧੇਰੇ ਉਮੀਦਵਾਰ ਕੁੱਲ ਪਈਆਂ ਵੋਟਾਂ ਦਾ 6ਵਾਂ ਹਿੱਸਾ ਹਾਸਲ ਨਾ ਕਰਨ ਸਕਣ ਕਾਰਨ ਜ਼ਮਾਨਤ ਜ਼ਬਤ ਕਰਵਾ ਚੁੱਕੇ ਨੇ। ਹੁਣ ਮੈਂ ਇੱਥੇ ਦੱਸ ਦੇਣਾ ਚਾਹੂੰਗਾ ਕਿ ਜ਼ਮਾਨਤ ਜ਼ਬਤ ਉਹਨਾਂ ਦੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਇੱਕ ਜਿਹੜਾ ਆ ਵੋਟਾਂ ਦਾ 1% ਹੁੰਦਾ, ਉਹ ਹੈਗਾ 6ਵਾਂ ਹਿੱਸਾ। 6ਵਾਂ ਹਿੱਸਾ ਵੀ ਜਿਨ੍ਹਾਂ ਨੂੰ ਵੋਟ ਨਾ ਪਵੇ ਤੇ ਫਿਰ ਉਹਨਾਂ ਦੀ ਜ਼ਮਾਨਤ ਜਿਹੜੀ ਜ਼ਬਤ ਹੋ ਜਾਂਦੀ ਹੈ ਤੇ ਜਿਹੜਾ ਉਹਨਾਂ ਨੇ ਜ਼ਮਾਨਤ ਦਾ ਪੈਸਾ ਭਰਿਆ ਹੁੰਦਾ ਉਹ ਪੈਸਾ ਜ਼ਬਤ ਹੋ ਜਾਂਦਾ। ਇਹ ਜਾਣਕਾਰੀ ਚੋਣ ਕਮਿਸ਼ਨ ਦੇ ਅੰਕੜਿਆਂ ਨੂੰ ਖੰਗਾਲਣ ਤੋਂ ਬਾਅਦ ਮਿਲੀ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ 86% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਚੋਣ ਕਮਿਸ਼ਨ ਦੇ ਨਿਯਮਾਂ ਤਹਿਤ ਜੋ ਉਮੀਦਵਾਰ ਕੁੱਲ ਜਿਹੜੀਆਂ ਸਹੀ ਵੋਟਾਂ ਸੀਗੀਆਂ ਉਹਦਾ 6ਵਾਂ ਹਿੱਸਾ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹਿੰਦੇ ਨੇ, ਉਹਨਾਂ ਦੀ ਜ਼ਮਾਨਤ ਜ਼ਬਤ ਕਰ ਲਈ ਜਾਂਦੀ ਹੈ ਤੇ ਖਜ਼ਾਨੇ ਵਿੱਚ ਜਮ੍ਹਾਂ ਕਰ ਦਿੱਤੀ ਜਾਂਦੀ। ਜ਼ਮਾਨਤ ਦਾ ਉਹ ਪੈਸਾ ਪਹਿਲਾਂ ਹੀ ਜਮ੍ਹਾਂ ਕਰਾਇਆ ਹੁੰਦਾ। ਤਾਂ ਗੱਲ ਕਰਾਂਗੇ ਪਹਿਲੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ 2019 ਦੀਆਂ ਆਮ ਚੋਣਾਂ ਤੱਕ 91,160 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ, ਜਿਨ੍ਹਾਂ ਵਿੱਚੋਂ 71,246 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਹ ਅੰਕੜਾ ਕੁੱਲ ਉਮੀਦਵਾਰਾਂ ਦਾ 75% ਹੈ। ਸਾਲ 1951 ਵਿੱਚ ਜ਼ਮਾਨਤ ਰਾਸ਼ੀ ਆਮ ਸ਼੍ਰੇਣੀ ਦੇ ਉਮੀਦਵਾਰਾਂ ਲਈ 500 ਰੁਪਏ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ST ਉਮੀਦਵਾਰਾਂ ਲਈ 250 ਰੁਪਏ ਸੀ, ਜੋ ਆਮ ਸ਼੍ਰੇਣੀ ਅਤੇ ST ਵਰਗ ਦੇ ਉਮੀਦਵਾਰਾਂ ਲਈ ਹੁਣ ਵੱਧ ਕੇ ਕ੍ਰਮਵਾਰ 25,000 ਅਤੇ 12,500 ਹੋ ਗਈ ਹੈ। ਸਿਆਸੀ ਮਾਹਰਾਂ ਦਾ ਇਸ ਬਾਰੇ ਮੰਨਣਾ ਆ ਕਿ ਜ਼ਮਾਨਤ ਬਚਾ ਲੈਣਾ ਉਮੀਦਵਾਰਾਂ ਲਈ ਮਾਣ ਵਾਲੀ ਗੱਲ ਹੁੰਦੀ ਹੈ, ਜਦੋਂ ਕਿ ਜ਼ਮਾਨਤ ਜ਼ਬਤ ਹੋਣ ਨੂੰ ਅਕਸਰ ਅਪਮਾਨਜਨਕ ਮੰਨਿਆ ਜਾਂਦਾ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਬਸਪਾ ਨੇ 383 ਸੀਟਾਂ ਤੇ ਉਮੀਦਵਾਰ ਉਤਾਰੇ ਸਨ, ਜਿਨ੍ਹਾਂ ਵਿੱਚੋਂ 345 ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਆਉਂਦੀ ਹੈ, ਜਿਸ ਨੇ 421 ਸੀਟਾਂ ਤੇ ਚੋਣ ਲੜੀ ਸੀ ਅਤੇ 148 ਸੀਟਾਂ ਤੇ ਉਸ ਦੇ ਉਮੀਦਵਾਰ ਆਪਣੀ ਜ਼ਮਾਨਤ ਗਵਾ ਬੈਠੇ ਨੇ। ਅਧਿਕਾਰ ਦੇ ਰਿਕਾਰਡ ਮੁਤਾਬਕ ਭਾਜਪਾ
ਭਾਜਪਾ ਦੇ 51 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਭਾਰਤੀ ਕਮਿਊਨਿਸਟ ਪਾਰਟੀ ਭਾਜਪਾ ਦੇ 49 ਵਿੱਚੋਂ 41 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ। ਸਾਲ 1951-52 ਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ਲੜਨ ਵਾਲੇ ਕਰੀਬ 40% ਉਮੀਦਵਾਰ ਆਪਣੀ ਜ਼ਮਾਨਤ ਰਾਸ਼ੀ ਗਵਾ ਬੈਠੇ ਸੀ ਤੇ ਉਹਨਾਂ ਚੋਣਾਂ ਦੇ ਵਿੱਚ 1874 ਉਮੀਦਵਾਰਾਂ ਨੇ ਲੜੀ ਸੀ, ਜਿਨ੍ਹਾਂ ਵਿੱਚੋਂ 745 ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਤਾਂ ਇਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿੱਚ ਅਜਿਹੇ ਉਮੀਦਵਾਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਜਿਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਆ। 11ਵੀਂ ਲੋਕ ਸਭਾ ਲਈ 1996 ਚ ਹੋਈਆਂ ਚੋਣਾਂ ਵਿੱਚ 91% ਭਾਵ 13,952 ਉਮੀਦਵਾਰਾਂ ਵਿੱਚੋਂ 12,688 ਉਮੀਦਵਾਰਾਂ ਦੀ ਜ਼ਮਾਨਤ ਜਮ੍ਹਾਂ ਹੋ ਗਈ ਸੀ। ਇਸ ਚੋਣ 'ਚ ਸਭ ਤੋਂ ਵੱਧ ਉਮੀਦਵਾਰਾਂ ਨੇ ਚੋਣ ਲੜੀ ਸੀ ਤੇ 1991-92 ਦੀਆਂ ਲੋਕ ਸਭਾ ਚੋਣਾਂ ਵਿੱਚ 8,749 ਵਿੱਚੋਂ 7,539 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਜੋ ਕਿ 86% ਸੀ। 2009 ਦੀਆਂ ਚੋਣਾਂ ਵਿੱਚ 8,070 ਤੋਂ 6,829 ਯਾਨੀ ਕਿ 85% ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਦੇ ਨਾਲ ਹੀ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 8,251 ਉਮੀਦਵਾਰਾਂ ਦੀਆਂ 7,000 ਰੁਪਏ ਦੀ ਜ਼ਮਾਨਤ ਜ਼ਬਤ ਹੋ ਗਈ ਸੀਗੀ। ਤਾਂ ਕਹਿ ਸਕਦੇ ਹਾਂ ਕਿ 11ਵੀਂ ਲੋਕ ਸਭਾ ਲਈ ਜਿਹੜੀਆਂ 1996 ਵਿੱਚ ਚੋਣਾਂ ਹੋਈਆਂ ਸਨ, 91% ਤੋਂ 13,952 ਉਮੀਦਵਾਰਾਂ ਵਿੱਚੋਂ 12,688 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਸੀਗੀ ਔਰ ਇਹੀ ਉਹ 1996 ਦਾ ਵੇਲਾ ਸੀ ਜਿਸ ਦੇ ਵਿੱਚ ਸਭ ਤੋਂ ਵੱਧ ਉਮੀਦਵਾਰਾਂ ਨੇ ਚੋਣ ਲੜੀ ਸੀ। ਸੋ ਫਿਲਹਾਲ ਇਸ ਤਰੀਕੇ ਨਾਲ ਜਿਹੜੀ ਇਹ ਚੋਣ ਰਾਸ਼ੀ ਆ ਉਹ ਜ਼ਬਤ ਕਰ ਲਈ ਜਾਂਦੀ ਆ ਤੇ ਇਹ ਚੋਣ ਰਾਸ਼ੀ ਜਿਹੜੀ ਆ ਇਸ ਦਾ ਫਿਰ ਇਸਤੇਮਾਲ ਸਰਕਾਰ ਆਪਣੇ ਕੋਲੇ ਰੱਖ ਲੈਂਦੀ ਆ ਤੇ ਉਹ ਫਿਰ ਆਪਣੇ ਕਾਰਜਾਂ ਦੇ ਵਿੱਚ ਇਸ ਨੂੰ ਲੈ ਆਉਂਦੀ ਆ। ਸੋ ਇਸ ਤਰੀਕੇ ਨਾਲ ਜ਼ਮਾਨਤ ਜਿਹੜੀ ਰਾਸ਼ੀ ਆ ਉਹ ਸਰਕਾਰ ਕੋਲੇ ਚਲੀ ਜਾਂਦੀ ਆ, ਉਹ ਕਿਸੇ ਵੀ ਉਮੀਦਵਾਰ ਨੂੰ ਵਾਪਸ ਨਹੀਂ ਕੀਤੀ ਜਾਂਦੀ। ਸੋ ਕਿੱਦਾਂ ਲੱਗਦੇ ਨੇ ਪ੍ਰੋਗਰਾਮ, ਸਾਨੂੰ ਜ਼ਰੂਰ ਦੱਸਿਆ ਕਰੋ। ਇੱਥੇ ਸਮਾਪਤੀ ਕਰਦੇ ਹਾਂ। ਧੰਨਵਾਦ।